ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾ ਰਾਸਿਉ ਪ੍ਰੀਤ ਲਗਾਇ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਇ। ਜਿਹ ਸਤਿਗੁਰ ਸਿਮਰੰਤ, ਨਾਨਕ ਤਿਮਰ ਮਿਟਹਿ ਖਿਨਾ। ਜਿਹ ਸਤਿਗੁਰ ਸਿਮਰੰਤ, ਹਿਰਦੈ ਹਰਿ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਤ, ਜੀ ਕੀ ਤਪਤ ਮਿਟਾਵੈ। ਜਿਹ ਸਤਿਗੁਰ ਸਿਮਰੰਤ, ਰਿਤ ਸਿਤ ਨਵ ਨਿਤ ਪਾਵੈ। ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ ਕਰਹੁ। ਜਿਹ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ ਧਾਰਿਆ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ ਧਾਰਿਆ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ब्रह्म ज्ञानी की सब ऊपर मया, ब्रह्म ज्ञानी ते कछ बुरा न भया। ब्रह्म ज्ञानी सगल की रीना। वाहिगुरु जी का खालसा, वाहिगुरु जी की फतेह। परम सन्मानयोग
ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਉੱਪਰ ਸੁਭਾਇਮਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾਂ ਦੀ ਪਾਵਨ ਪਵਿੱਤਰ ਅਤੇ ਨਿੱਘੀ ਗੋਦ ਅੰਦਰ ਹਾਜ਼ਰੀਨ ਗੁਰੂ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ ਜੋ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ਿਸ਼ ਕੀਤੇ ਹਨ। ਪੈਰਾਂ ਨਾਲ ਤੁਰਨ ਦੀ ਸਮਰੱਥਾ ਬਖਸ਼ੀ, ਆਪਣੀ ਗੋਦ ਅੰਦਰ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਸੋ ਜਿਤਨਾ ਸਮਾਂ ਅਸੀਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠਣਾ ਹੈ, ਕੋਸ਼ਿਸ਼ ਕਰੀਏ ਇਕਾਗਰ ਹੋ ਕੇ ਬਈਏ। ਜਿਤਨਾ ਇਕਾਗਰਤਾ ਦੇ ਨਾਲ ਸੰਗਤ ਟਿਕਾ ਬਣਾਏ, ਓਨਾ ਬੋਲਣ ਵਾਲੇ ਨੂੰ ਵੀ ਆਨੰਦ ਬਣਦਾ ਹੈ। ਸੋ ਇਹ ਆਨੰਦ ਬਣਿਆ ਰਹੇ, ਇਸ ਕਰਕੇ ਇਕਾਗਰਤਾ ਬਣਾ ਕੇ ਰੱਖਿਓ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਪਾਵਨ ਬਾਣੀ ਸੁਖਮਨੀ ਸਾਹਿਬ ਦੀ ਵਿਚਾਰ ਆਪਾਂ ਰੋਜ਼ਾਨਾ ਹੀ ਸਰਵਣ ਕਰਦੇ ਹਾਂ। ਉੱਥੇ ਅੱਜ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਦੀਨ ਦਿਆਲ ਸਤਿਗੁਰੂ ਜੀ ਜਿਨ੍ਹਾਂ ਨੂੰ ਉਸ ਕਰਤੇ ਪੁਰਖ ਮਾਲਿਕ ਪਰਮਾਤਮਾ ਨੇ ਆਪ ਸੰਸਾਰ ਤੇ ਭੇਜਿਆ, ਆਪ ਜਿਨ੍ਹਾਂ ਦਾ ਪਾਲਣ ਪੋਸ਼ਣ ਕੀਤਾ, ਆਪ ਜਿਨ੍ਹਾਂ ਨੂੰ ਸਵਾਰਿਆ ਤੇ ਸਵਾਰ ਕੇ ਆਪਣੇ ਚ ਇਕਮਿਕ ਕਰ ਲਿਆ, ਐਸੇ ਦੀਨ ਦਿਆਲ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ ਵੀ ਹੈ। ਸੋ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਆਸਾ ਜੀ ਕੀ ਵਾਰ ਦੀ ਕੀਰਤਨ ਆਪ ਜੀ ਰਾਗੀ ਸਿੰਘਾਂ ਦੀ ਰਚਨਾ ਤੋਂ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਆਰੰਭ ਦੇ ਵਿੱਚ ਹੀ ਬੜਾ ਕਮਾਲ ਦਾ ਬਚਨ ਉਚਾਰਦੇ ਨੇ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਨਹੀਂ ਜਾਣਾ, ਕੁਰਬਾਨ ਜਾਣਾ। ਇੱਕ ਵਾਰ ਨਹੀਂ, ਕਈ ਵਾਰ ਜਾਣਾ। ਇੱਕ ਦਿਨ ਦੇ ਵਿੱਚ, ਇੱਕ ਦਿਨ ਵਿੱਚ ਮੈਂ ਕਈ ਵਾਰ ਆਪਣੇ ਗੁਰੂ ਤੋਂ ਕੁਰਬਾਨ ਜਾਣਾ। ਪੁੱਛੀਏ ਸਤਿਗੁਰੂ ਜੀ ਕਿਉਂ? ਇੰਨਾ ਕਿਉਂ ਪਿਆਰ ਗੁਰੂ ਦੇ ਨਾਲ? ਇੰਨਾ ਕਾਹਦਾ ਪਿਆਰ? ਸਤਿਗੁਰੂ ਜੀ ਕਹਿੰਦੇ ਜਦੋਂ ਸੰਸਾਰ 'ਚ ਆਏ ਤੇ ਆਮ ਜਿਹੀ ਸੀ, ਆਮ ਬੰਦਾ ਸੀ, ਪਰ ਜਦੋਂ ਉਸ ਕਰਤੇ ਪੁਰਖ ਮਾਲਕ ਪਰਮਾਤਮਾ ਦੇ ਨਾਲ ਜੁੜ ਗਿਆ, ਉਹਦੇ ਨਾਲ ਜੁੜ ਗਿਆ। ਇਹ ਗੱਲ ਸਾਡੀ ਹੋ ਰਹੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਉਹ ਜੋਤ ਨੇ ਜਿਨ੍ਹਾਂ ਦੇ ਪ੍ਰਕਾਸ਼ ਦੇ ਬਾਰੇ ਭਾਈ ਗੁਰਦਾਸ ਜੀ ਲਿਖਦੇ ਨੇ ਵੀ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਗੱਲ ਆਪਣੀ ਹੋ ਰਹੀ ਹੈ। ਕਹਿੰਦੇ ਵੀ ਜਦੋਂ ਸੰਸਾਰ 'ਚ ਆਇਆ ਤੇ ਆਮ ਜਿਹਾ ਸੀ, ਪਰ ਕਹਿੰਦੇ ਜਦੋਂ ਗੁਰੂ ਦੀ ਸੰਗਤ ਮਿਲ ਗਈ, ਜਿੱਦਣ ਸਾਂਝ ਗੁਰੂ ਦੇ ਨਾਲ ਪੈਣੀ ਸ਼ੁਰੂ ਹੋ ਗਈ, ਗੁਰੂ ਦੇ ਬਚਨ ਨੇ ਜਿਹੜੇ ਉਹਨਾਂ ਨੂੰ ਮੈਂ ਜ਼ਿੰਦਗੀ 'ਚ ਥਾਂ ਦੇਣ ਲੱਗ ਪਿਆ ਨਾ, ਦਾਤਿਆ ਉਦਣ ਇੰਨੀ ਕੁ ਰਹਿਮਤ ਤੂੰ ਕੀਤੀ, ਮੈਂ ਸੀ ਤੇ ਆਮ ਇਨਸਾਨਾਂ ਵਰਗਾ, ਪਰ ਤੂੰ ਦੇਵਤਿਆਂ ਵਰਗਾ ਬਣਾਤਾ, ਦੇਵਤਿਆਂ ਵਰਗਾ ਸੀ। ਤੇ ਮੈਂ ਆਮ ਜਿਹਾ ਸੀ ਮਨੁੱਖ,
ਜਿਨ ਮਾਨਸ ਤੇ ਦੇਵਤੇ ਕੀਏ, ਤੂੰ ਦੇਵਤਿਆਂ ਵਰਗਾ ਬਣਾਤਾ। ਮੇਰੇ ਅੰਦਰ ਜਿਹੜੇ ਗੁਣ ਸੀ ਇਦਾਂ ਦੇ ਪਰਤੇ, ਇਦਾਂ। ਸਤਿਗੁਰੂ ਇਸ ਕਰਕੇ ਕਹਿੰਦੇ ਮੈਂ ਕੁਰਬਾਨ ਜਾਣਾ ਆਪਣੇ ਗੁਰੂ ਪਾਸੋਂ। ਸੰਸਾਰ ਦੀ ਪਿਆਰਿਓ ਸੱਚਾਈ ਹੈ। ਦੇਖੋ ਜੰਗਲ ਵਿੱਚ ਲੱਕੜੀ ਬਹੁਤ ਹੈ, ਸਾਰਾ ਜੰਗਲ ਹੈ ਜਿਹੜਾ ਲੱਕੜ ਦਾ ਭਰਿਆ ਹੋਇਆ ਹੈ, ਸਾਰਾ ਜੰਗਲ। ਲੱਕੜ ਪੈਦਾ ਉੱਥੇ ਹੁੰਦੀ ਹੈ, ਪਰ ਉਹਨੂੰ ਤਰਾਸ਼ਿਆ ਕਿਸੇ ਕਾਰੀਗਰ ਦੇ ਦੁਕਾਨ ਤੇ ਜਾਂਦਾ ਹੈ, ਤਰਾਸ਼ੀ ਨਹੀਂ ਉੱਥੇ ਜਾਂਦੀ। ਬੰਦੇ ਨੇ ਤਰਾਸ਼ੀ ਹੋਈ ਚੀਜ਼ ਲੈਣੀ ਹੋਵੇ, ਉਹ ਕਾਰੀਗਰ ਕੋਲ ਜਾਂਦਾ ਹੈ। ਸਮੁੰਦਰਾਂ ਦੇ ਕਿਨਾਰਿਆਂ ਦੇ ਉੱਤੇ ਪੱਥਰਾਂ ਦੇ ਢੇਰ ਲੱਗੇ ਪਏ ਨੇ, ਪੱਥਰਾਂ ਦੇ ਢੇਰ। ਹਰ ਇੱਕ ਪੱਥਰ ਵੱਲ ਬੰਦਾ ਨਹੀਂ ਦੇਖਦਾ। ਉਹ ਪੱਥਰ ਸ੍ਰੇਸ਼ਟ ਹੋ ਜਾਂਦਾ ਜਿਹਨੂੰ ਘੜਨ ਵਾਲਾ ਘੜ ਕੇ ਉਹਦੀ ਕੋਈ ਮੂਰਤੀ, ਕੋਈ ਬੁੱਤ ਬਣਾ ਦੇ। ਉਹ ਪੱਥਰ ਮੁੱਲ ਪਾ ਲੈਂਦਾ ਆਪਣਾ। ਕੱਪੜਾ ਬਣਦਾ ਕਿਤੇ ਹੋਰ ਹੈ, ਜਿੱਥੇ ਕੱਪੜਾ ਤਿਆਰ ਹੁੰਦਾ ਉਹ ਮਿੱਲਾਂ ਕਿਤੇ ਹੋਰ ਨੇ, ਤੇ ਜਿੱਥੇ ਮਾਰਕੀਟ ਵਿੱਚ ਵੇਚਿਆ ਜਾਂਦਾ ਉਹ ਵੇਚਣ ਵਾਲਾ ਕੋਈ ਹੋਰ ਹੈ। ਅੱਗੇ ਉਹਨੂੰ ਸ਼ਿੰਗਾਰ ਕੇ ਕਿਸੇ ਦੇ ਤਨ ਨੂੰ ਕੱਜਣ ਵਾਲਾ ਕੋਈ ਹੋਰ ਹੈ, ਕੋਈ ਹੋਰ। ਸੰਸਾਰ ਦੇ ਵਿੱਚ ਦੇਖੋ ਭਾਈ, ਹਰ ਚੀਜ਼ ਉਹ ਹੈ ਜਿਹਨੂੰ ਬਣਾਉਣ ਵਾਲਾ ਕੋਈ ਹੋਰ ਹੈ, ਸਾਂਭਣ ਵਾਲਾ ਕੋਈ ਹੋਰ ਹੈ, ਤੇ ਉਹਨੂੰ ਸ਼ਿੰਗਾਰਨ ਵਾਲਾ ਕੋਈ ਹੋਰ ਹੈ। ਬਣਾਇਆ ਕਿਸੇ ਨੇ, ਸੰਭਾਲਿਆ ਕਿਸੇ ਨੇ, ਤੇ ਸ਼ਿੰਗਾਰਿਆ ਕਿਸੇ ਨੇ, ਕਿਸੇ। ਫਿਰ ਦੇਖੋ ਪਿਆਰਿਓ, ਸੰਸਾਰ ਦੇ ਵਿੱਚ ਇਸੇ ਪ੍ਰਕਾਰ ਨਾਲ ਬੰਦੇ ਨੂੰ ਇਹ ਹੀਰਾ ਜਨਮ ਮਿਲਿਆ ਹੈ। ਸਤਿਗੁਰੂ ਜੀ ਨੇ ਕਿਹਾ ਹੀਰੇ ਜੈਸਾ ਜਨਮ ਹੈ। ਕੁਝ ਉਹ ਨੇ ਜਿਹੜੇ ਇਹ ਹੀਰੇ ਨੂੰ ਗੁਰੂ ਦੇ ਕੋਲ ਲੈ ਕੇ ਆਉਂਦੇ ਨੇ, ਤਰਾਸ਼ਿਆ ਜਾਂਦਾ ਹੈ ਤੇ ਇਹਦੀ ਕੀਮਤ ਪੈ ਜਾਂਦੀ ਹੈ। ਉਹਨਾਂ ਦਾ ਆਇਆ ਵੀ ਸੰਸਾਰ ਦੇ ਵਿੱਚ ਸਫਲ, ਸੰਸਾਰ ਵਿੱਚੋਂ ਚਲੇ ਗਏ ਉਹ ਵੀ ਸਫਲ। ਸਦਾ ਲਈ ਸੰਸਾਰ ਦੇ ਵਿੱਚ ਉਹਨਾਂ ਦੀ ਯਾਦ ਬਣੀ ਰਹਿੰਦੀ ਹੈ। ਲੋਕ ਝੁਕ ਝੁਕ ਨਮਸਕਾਰਾਂ ਕਰਦੇ ਨੇ। ਪਰ ਇੱਕ ਉਹ ਨੇ ਜਿਹੜੇ ਇਸੇ ਹੀਰੇ ਨੂੰ ਵਿਅਰਥ ਗਵਾ ਕੇ ਚਲੇ ਜਾਂਦੇ ਨੇ। ਸਤਿਗੁਰੂ ਜੀ ਘੜਦੇ ਬੜਾ ਕਮਾਲ ਦਾ ਨੇ, ਬੰਦਾ ਕਢਾਉਣ ਵਾਲਾ ਬਣਿਆ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਜਪਜੀ ਸਾਹਿਬ। ਸਤਿਗੁਰੂ ਜੀ ਨੇ ਸਾਰੀ ਬਾਣੀ ਉਚਾਰੀ, ਅੰਤ ਵਿੱਚ ਆ ਕੇ ਸਤਿਗੁਰੂ ਜੀ ਨੇ ਗੱਲ ਕੀਤੀ, ਕਹਿੰਦੇ ਹੁਣ ਇਹਦੇ ਉੱਤੇ ਮਿਹਨਤ ਕਰਕੇ ਆ। ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਹੁਣ ਗੁਰੂ ਸ਼ਿੰਗਾਰਨ ਲੱਗੇ, ਦੇਖੋ ਕਿਵੇਂ ਸ਼ਿੰਗਾਰਦਾ। ਸਰਮ ਖੰਡ ਕੀ ਬਾਣੀ ਰੂਪ, ਅਨੂਪ ਦਾ ਅਰਥ ਹੈ ਉਪਮਾ ਤੋਂ ਰਹਿਤ, ਉਪਮਾ ਤੋਂ ਰਹਿਤ। ਤਿੱਥੈ ਘਾੜਤ ਘੜੀ ਹੈ ਬਹੁਤ ਅਨੂਪ, ਕਹਿੰਦੇ ਏਦਾਂ ਦੀ ਘਾੜਤ ਕੜੀ ਜਾਂਦੀ ਹੈ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ। ਕਹਿੰਦੇ ਕੋਈ ਬੰਦਾ ਸੋਚੇ ਵੀ ਮੈਂ ਦੱਸਾਂ ਵੀ ਇੰਨੇ ਕੁ ਗੁਣ ਨੇ, ਇੰਨੇ ਕੁ ਗੁਣ ਨੇ। ਕਹਿੰਦੇ ਉਹ ਪਛਤਾਵੇ ਤੋਂ ਬਿਨਾਂ ਹੋਰ ਕੁਝ ਨਹੀਂ ਪ੍ਰਾਪਤ ਕਰਦਾ। ਜੇ ਕੋ ਕਹੈ ਪਿੱਛੇ ਪਛਤਾਹੀ। ਹੁਣ ਭਗਤ ਦੀ ਵਡਿਆਈ ਇੰਨੀ ਕੁ ਹੈ, ਭਗਤ ਇੰਨਾ ਕੁ ਕਾਬਲੇ ਤਾਰੀਫ ਹੈ ਵੀ ਜੇ ਉਹਦੀ ਵਡਿਆਈ ਬੰਦਾ ਕਰਨ ਲੱਗ ਜੇ ਉਹ ਵਡਿਆਈ ਕੀਤੀ ਨਹੀਂ ਜਾ ਸਕਦੀ, ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਜੀ ਜਿਹੜੀ ਗੱਲ ਕਰ ਰਹੇ ਨੇ ਬੜੀ ਕਮਾਲ ਦੀ, ਕਹਿੰਦੇ ਘੜਿਆ ਕੀ ਗੁਰੂ ਨੇ, ਤਿੱਥੈ ਘੜੀ ਹੈ ਸੁਰਤ, ਉਹ ਭਾਂਡਾ ਜਿਹਦੇ ਵਿੱਚ ਮੱਤ ਟਿਕਣੀ ਸੀ। ਮੱਤ ਕਹਿੰਦੇ ਨੇ ਅਕਲ ਨੂੰ, ਤਿੱਥੈ ਘੜੀ ਹੈ ਸੁਰਤ, ਮੱਤ ਮਨ, ਸੰਕਲਪ ਵਿਕਲਪ, ਜੋ ਵਿਚਾਰ ਸਾਡੇ ਅੰਦਰ ਚੱਲਦੇ ਨੇ। ਬੁੱਧ, ਬੁੱਧ ਦਾ ਅਰਥ ਹੈ ਨਿਰਣਾ ਕਰਨ ਵਾਲੀ ਸੋਝੀ।
ਹੁਣ ਵੇਖੋ, ਅਕਲ ਚੋਰ ਵੀ ਵਰਤਦਾ, ਚੋਰ ਚੋਰੀ ਕਰਨ ਜਾਂਦਾ, ਏਦਾਂ ਥੋੜਾ ਵੀ ਬਿਨਾਂ ਕੋਈ ਪਲੈਨਿੰਗ ਕੀਤਿਆਂ ਚਲਾ ਗਿਆ। ਅਕਲ ਚੋਰ ਵੀ ਵਰਤਦਾ ਹੈ। ਕੋਈ ਕਿਸੇ ਦੇ ਨਾਲ ਠੱਗੀ ਮਾਰਦਾ, ਅਕਲ ਉਹ ਵੀ ਵਰਤਦਾ ਹੈ, ਪਰ ਇਹ ਅਕਲ ਕਿਸੇ ਕੰਮ ਨਹੀਂ ਆਉਂਦੀ। ਕਿਹੜੀ ਅਕਲ ਮੇਰੀ ਜ਼ਿੰਦਗੀ ਨੂੰ ਸਵਾਰਨ ਵਾਲੀ ਹੈ, ਕਿਹੜੀ ਅਕਲ ਮੇਰੀ ਜ਼ਿੰਦਗੀ ਨੂੰ ਵਿਗਾੜਨ ਵਾਲੀ ਹੈ, ਇਹ ਬੁੱਧ ਹੈ ਜਿਹੜੀ, ਇਹ ਸਤਿਗੁਰੂ ਜੀ ਪਾਸੋਂ ਮਿਲਣੀ ਹੈ। ਸਤਿਗੁਰੂ ਜੀ ਪਾਸੋਂ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਕਹਿੰਦੇ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ। ਤਿੱਥੈ ਘੜੀਐ ਸੁਰਾ, ਸਿੱਧਾ ਕੀ ਸੁਧ, ਕਹਿੰਦੇ ਦੇਵਤਿਆਂ ਵਰਗਾ ਬਣਾ ਦਿੰਦਾ ਹੈ ਗੁਰੂ, ਦੇਵਤਿਆਂ ਵਰਗਾ। ਅੰਮ੍ਰਿਤ ਬਚਨ ਭਾਈ ਸੱਤਾ ਜੀ, ਭਾਈ ਬਲਵੰਡ ਜੀ ਦੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਫਿਰ ਪਿਆਰਿਓ ਬੇਨਤੀ ਨੂੰ ਵੇਖਿਓ, ਸਮਝਿਓ, ਬੰਦਾ ਸੰਸਾਰ ਦੇ ਵਿੱਚ ਚੀਜ਼ਾਂ ਬਣਦੀਆਂ ਕਿਤੇ ਹੋਰ ਨੇ, ਸੰਭਾਲਣ ਵਾਲਾ ਕੋਈ ਹੋਰ ਹੈ, ਸ਼ਿੰਗਾਰਨ ਵਾਲਾ ਕੋਈ ਹੋਰ ਹੈ, ਤੇ ਉਹਨੂੰ ਵਰਤਣ ਵਾਲਾ ਕੋਈ ਹੋਰ ਹੈ। ਪਰ ਸਤਿਗੁਰੂ ਜੀ ਦੀ ਸ਼ਰਨ ਵਿੱਚ ਜਦੋਂ ਆਈਦਾ ਨਾ, ਦੇਖੋ ਪਿਆਰਿਓ, ਸਤਿਗੁਰੂ ਦੇ ਕੋਲ ਅਸੀਂ ਆਉਂਦੇ ਹਾਂ, ਅੱਖਾਂ ਹੋ ਜਾਣ ਕਿਸੇ ਦੀਆਂ ਖਰਾਬ, ਗੁਰੂ ਅੱਖਾਂ ਨਹੀਂ ਬਦਲਦਾ। ਸੰਸਾਰ ਵਿੱਚ ਏਦਾਂ ਹੁੰਦਾ ਵੀ ਕਿਸੇ ਦੀ ਅੱਖ ਖਰਾਬ ਹੋ ਜਾਏ, ਬੰਦਾ ਆਵੇ ਡਾਕਟਰ ਕੋਲ, ਡਾਕਟਰ ਅੱਖਾਂ ਬਦਲ ਦਿੰਦਾ, ਗੁਰੂ ਨਹੀਂ ਅੱਖਾਂ ਬਦਲਦਾ। ਕਿਸੇ ਦੇ ਹੱਥ ਖਰਾਬ ਹੋ ਜਾਣ, ਉਹ ਡਾਕਟਰ ਕੋਲ ਜਾਵੇ, ਡਾਕਟਰ ਹੱਥ ਬਦਲ ਦਿੰਦਾ, ਗੁਰੂ ਹੱਥ ਨਹੀਂ ਬਦਲਦਾ। ਕੋਈ ਤੁਰੇ ਪੈਰਾਂ ਦੇ ਨਾਲ, ਕਦੇ ਮੇਰੇ ਪੈਰਾਂ ਵਿੱਚ ਆ ਸਮੱਸਿਆ, ਆ ਪਰੇਸ਼ਾਨੀ ਆ ਰਹੀ ਹੈ, ਗੁਰੂ ਪੈਰ ਨਹੀਂ ਬਦਲਦਾ। ਡਾਕਟਰ ਪੈਰ ਬਦਲ ਸਕਦਾ, ਗੁਰੂ ਨਹੀਂ ਬਦਲਦਾ। ਜੇ ਅਸੀਂ ਇਹਨੂੰ ਇੰਨੀ ਕੁ ਗੱਲ ਨੂੰ ਕਰਾਮਾਤ ਸਮਝ ਕੇ ਬਹਿ ਜਾਈਏ, ਫਿਰ ਤੇ ਗੁਰੂ ਦੀ ਵਡਿਆਈ ਅਸੀਂ ਬੜੀ ਘਟਾ ਕੇ ਪੇਸ਼ ਕਰਦੇ ਹਾਂ, ਬੜੀ ਘਟਾ ਕੇ। ਦੇਖੋ, ਡਾਕਟਰ ਅੱਖਾਂ ਬਦਲ ਸਕਦਾ ਹੈ, ਕੰਨ ਬਦਲ ਸਕਦਾ ਹੈ, ਕੰਨਾਂ ਦੇ ਪਰਦੇ ਬਦਲ ਸਕਦਾ ਹੈ, ਪੈਰ ਬਦਲ ਸਕਦਾ ਹੈ। ਗੁਰੂ ਕੋਲ ਬੰਦਾ ਨਾ ਆਵੇ, ਡਾਕਟਰ ਕੋਲ ਜਾਵੇ, ਡਾਕਟਰ ਹੱਥ ਵੀ ਬਦਲ ਸਕਦਾ ਹੈ। ਜਿਤਨੀ ਕੁ ਤਰੱਕੀ ਸਾਇੰਸ ਨੇ ਕੀਤੀ ਹੈ, ਅੱਜ ਇੱਕ ਬੰਦੇ ਦਾ ਦਿਲ ਕੱਢ ਕੇ ਦੂਜੇ ਬੰਦੇ ਦੇ ਵੀ ਪਾਇਆ ਜਾ ਸਕਦਾ, ਇੱਥੋਂ ਤੱਕ ਸਾਇੰਸ ਪਹੁੰਚ ਗਈ। ਪਰ ਜੋ ਅਸਲ ਵਿੱਚ ਸੱਚਾਈ ਇਹ ਹੈ, ਡਾਕਟਰ ਅੱਖਾਂ ਤੇ ਬਦਲ ਸਕਦਾ ਹੈ, ਅੱਖਾਂ ਦਾ ਸਰੋਤ ਨਹੀਂ ਬਦਲ ਸਕਦਾ, ਦ੍ਰਿਸ਼ਟੀ ਨਹੀਂ ਬਦਲ ਸਕਦਾ। ਡਾਕਟਰ ਕੰਨਾਂ ਦੇ ਪਰਦੇ ਬਦਲ ਸਕਦਾ ਹੈ, ਪਰ ਕੰਨਾਂ ਦਾ ਸਰੋਤ ਨਹੀਂ ਬਦਲ ਸਕਦਾ। ਹੱਥ ਬਦਲ ਸਕਦਾ ਹੈ, ਪਰ ਹੱਥਾਂ ਦੇ ਕਰਮ ਨਹੀਂ ਬਦਲ ਸਕਦਾ। ਪੈਰ ਬਦਲ ਸਕਦਾ ਹੈ, ਪੈਰਾਂ ਦਾ ਰਸਤਾ ਨਹੀਂ ਬਦਲ ਸਕਦਾ, ਪੈਰ ਦਾ ਰਸਤਾ ਨਹੀਂ ਬਦਲ ਸਕਦਾ। ਤੇ ਜਦੋਂ ਗੁਰੂ ਕੋਲੇ ਆਉਣਾ, ਗੁਰੂ ਅੱਖਾਂ ਨਹੀਂ ਬਦਲਦਾ, ਗੁਰੂ ਦ੍ਰਿਸ਼ਟੀ ਬਦਲ ਦਿੰਦਾ ਹੈ। ਜਦੋਂ ਗੁਰੂ ਕੋਲ ਆਉਣਾ, ਗੁਰੂ ਕੰਨ ਨਹੀਂ ਬਦਲਦਾ, ਗੁਰੂ ਕੰਨਾਂ ਦਾ ਸਰੋਤ ਬਦਲ ਦਿੰਦਾ ਹੈ, ਹੱਥਾਂ ਦਾ ਕਰਮ ਬਦਲ ਦਿੰਦਾ ਹੈ, ਪੈਰਾਂ ਦਾ ਮਾਰਗ ਬਦਲ ਦਿੰਦਾ ਹੈ। ਜੋ ਬੰਦਾ ਕਿਤੇ ਜ਼ਿੰਦਗੀ ਵਿੱਚ ਆਪਣੇ ਗੁਣ ਦਾ ਹੰਕਾਰ ਕਰਕੇ ਬਹਿ ਜਾਏ ਨਾ, ਇਹ ਸੱਚਾਈ ਹੈ, ਅੱਖ ਦੇ ਵਿੱਚ ਕਿਤੇ ਕਿਣਕਾ ਆ ਜਾਏ ਨਾ, ਨਿੱਕਾ ਜਿਹਾ ਕਿਣਕਾ ਪੈ ਜਾਏ, ਤੇ ਉਹ ਕਿਣਕਾ ਐਡਾ ਸੂਰਜ ਪ੍ਰਕਾਸ਼ ਹੈ, ਉਹਦਾ ਪ੍ਰਕਾਸ਼ ਨਹੀਂ ਦਿਖਣ ਦਿੰਦਾ। ਨਿੱਕਾ ਜਿਹਾ ਕਿਣਕਾ ਅੱਖ 'ਚ ਪੈ ਜਾਏ, ਪਰ ਪਛਤਾਵੇ ਦਾ ਹੰਝੂ ਉਹ ਕਿਣਕਾ ਨੇਤਰਾਂ ਵਿੱਚੋਂ ਕੱਢ ਦੇਵੇ, ਨੇਤਰ ਸਾਫ਼ ਹੋ ਜਾਣ, ਤੇ ਫਿਰ ਜਿਹੜਾ ਪ੍ਰਕਾਸ਼ ਅੰਦਰ ਹੁੰਦਾ, ਉਹ ਪ੍ਰਕਾਸ਼ ਬਿਆਨਿਆ ਨਹੀਂ ਜਾ ਸਕਦਾ। ਪਛਤਾਵੇ ਦੇ ਹੰਝੂ ਦੇ ਨਾਲ ਕੱਢ ਕੇ ਅੱਖਾਂ ਦਾ ਗੰਧਲਾਪਨ, ਜੋ ਦਰਸ਼ਨ ਭਾਈ ਸੱਤਾ ਜੀ, ਭਾਈ ਬਲਵੰਡ ਜੀ ਨੇ ਕੀਤੇ, ਉਹ ਉਹਨਾਂ ਸ਼ਬਦਾਂ ਨੂੰ ਬਿਆਨ ਕਰ ਰਹੇ ਨੇ।
ਉਹਨਾਂ ਨੂੰ। ਲਿਖਦੇ ਨੇ, ਕਹਿੰਦੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੈ ਸਵਾਰਿਆ। ਸਤਿਗੁਰੂ ਜੀ, ਮੈਂ ਦੁਨੀਆ ਦੇ ਵਿੱਚ ਇੱਕ ਕਰਾਮਾਤ ਵੇਖੀ। ਕਰਾਮਾਤ ਦਾ ਅਰਥ ਬਣਦਾ ਕਰਮ ਪਲੱਸ ਅਤ। ਉਹ ਕੰਮ ਹੋ ਜਾਣਾ ਜਿਸ ਕੰਮ ਬਾਰੇ ਸੋਚਿਆ ਹੀ ਨਾ ਹੋਵੇ, ਬੰਦਾ ਸੋਚ ਹੀ ਨਾ ਸਕਦਾ ਹੋਵੇ ਵੀ ਏਦਾਂ ਵੀ ਹੋ ਸਕਦਾ ਹੈ, ਏਦਾਂ ਵੀ। ਕਹਿੰਦੇ ਉਹ ਕਰਾਮਾਤ ਮੈਂ ਇਹ ਵੇਖੀ ਵੀ ਸੰਸਾਰ ਦੀਆਂ ਸਾਰੀਆਂ ਵਸਤੂਆਂ ਨੂੰ ਬਣਾਉਣ ਵਾਲਾ ਕੋਈ ਹੋਰ, ਸ਼ਿੰਗਾਰਨ ਵਾਲਾ ਕੋਈ ਹੋਰ, ਸੰਭਾਲਣ ਵਾਲਾ ਕੋਈ ਹੋਰ। ਕਹਿੰਦੇ ਮੈਂ ਇੱਕੋ ਇੱਕ ਸ਼ਖਸੀਅਤ ਏਦਾਂ ਦੀ ਦੇਖੀ, ਝਾਤੀ ਮਾਰੀ। ਕਹਿੰਦੇ ਮੈਂ ਲਾਹੌਰ ਸ਼ਹਿਰ ਦੇ ਵਿੱਚ, ਚੂਨਾ ਮੰਡੀ ਲਾਹੌਰ, ਜਿੱਥੇ ਸਤਿਗੁਰੂ ਜੀ ਦਾ ਅੱਜ ਦੇ ਦਿਨ ਪ੍ਰਕਾਸ਼ ਹੋਇਆ। ਕਹਿੰਦੇ ਮੈਂ ਝਾਤੀ ਮਾਰੀ, ਦੇਖਿਆ ਉਧਰ ਨੂੰ ਇੱਕ ਆਮ ਜਿਹਾ ਘਰ, ਤੇ ਘਰ ਦੇ ਵਿੱਚ ਇੱਕ ਲਾਸ਼ ਪਈ ਹੈ। 2-3 ਸਾਲਾਂ ਦਾ ਇੱਕ ਬਾਲਕ ਆਲੇ ਦੁਆਲੇ ਫਿਰ ਰਿਹਾ, ਪੁੱਛਦਾ ਕੌਣ ਹੈ ਇਹ? ਨਿਰਮਲ ਬੁੱਧੀ ਹੈ, ਅੰਦਰੋਂ ਸਾਫ਼ ਹੈ, ਨਿਰਮਲ ਮਨ ਹੈ। ਪੁੱਛਦਾ ਕੌਣ ਹੈ ਇਹ? ਉਹ ਕਹਿੰਦੇ ਤੇਰੀ ਮਾਂ ਹੈ। ਮਾਂ ਹੈ ਤੇ ਮਾਂ ਬੋਲਦੀ ਕਿਉਂ ਨਹੀਂ? ਮਾਂ ਬੋਲਦੀ ਕਿਉਂ ਨਹੀਂ? ਰੋਜ਼ਾਨਾ ਮੇਰੇ ਨਾਲ ਪਹਿਲਾਂ ਤੇ ਗੱਲਾਂ ਕਰਦੀ ਸੀ, ਮੇਰੇ ਨਾਲ ਰੋਜ਼ਾਨਾ ਪਹਿਲਾਂ ਤੇ ਬੜੇ ਲਾਡ ਲਡਾਉਂਦੀ ਸੀ, ਮਾਂ ਬੋਲਦੀ ਕਿਉਂ ਨਹੀਂ? ਅੱਜ ਗੱਲਾਂ ਕਿਉਂ ਨਹੀਂ ਕਰਦੀ? ਤੇ ਸਮਝਾਉਣ ਵਾਲਾ ਕਹਿੰਦਾ ਪੁੱਤ ਤੇਰੀ ਮਾਂ ਤੈਨੂੰ ਛੱਡ ਕੇ ਚਲੀ ਗਈ, ਇਹ ਨਹੀਂ ਬੋਲਣਾ, ਛੱਡ ਕੇ ਚਲੀ ਗਈ। ਫਿਰ ਮਿਲਾਪ, ਕਹਿੰਦੇ ਨਹੀਂ ਦੁਬਾਰਾ ਨਹੀਂ ਇਹਨੇ ਆਉਣਾ, ਚਲੀ ਗਈ। ਨਿਰਮਲ ਮਨ ਅੰਦਰੋਂ ਕੁਰਲਾ ਉੱਠਿਆ, ਕਹਿੰਦਾ ਮਾਂ ਮੇਰੇ ਨਾਲ ਬੜੇ ਵਾਅਦੇ ਕੀਤੇ ਸੀ ਵੀ ਤੇਰਾ ਨਾਂ ਸਿਰਫ ਜੇਠਾ ਨਹੀਂ ਰੱਖਿਆ, ਤੈਨੂੰ ਬੜਾ ਵੱਡਾ ਬਣਾਉਣਾ ਹੈ। ਅੱਜ ਮੇਰੇ ਨਾਲ ਗੱਲ ਨਹੀਂ ਕਰਦੀ, ਮੇਰੇ ਨਾਲ ਬੋਲਦੀ ਨਹੀਂ। ਚਲੋ ਰਿਸ਼ਤੇਦਾਰਾਂ ਨੇ ਸੰਭਾਲਿਆ, ਆਪਣੇ ਬਾਪ ਦੀ ਉਂਗਲ ਫੜੀ, ਸ਼ਮਸ਼ਾਨ ਭੂਮੀ ਤੱਕ ਗਏ, ਸੰਸਕਾਰ ਹੋਇਆ, ਘਰ ਵਾਪਸ ਆ ਗਏ। ਹੁਣ ਪਿਤਾ ਸੰਭਾਲ ਰਿਹਾ ਹੈ, ਪਿਤਾ ਪਰਵਰਿਸ਼ ਕਰ ਰਿਹਾ ਹੈ, ਤੇ ਪਰਵਰਿਸ਼ ਕਰਦਿਆਂ ਸਮਾਂ ਕਈ ਵਾਰ ਏਦਾਂ ਦਾ ਆਉਂਦੇ ਬੰਦੇ ਨੂੰ ਪਿਆਰ ਮਿਲਣ ਲੱਗ ਜਾਏ, ਜ਼ਖਮ ਭਰੇ ਜਾਂਦੇ ਨੇ, ਭਰੇ ਜਾਂਦੇ ਨੇ। ਹੁਣ ਪਿਤਾ ਸਵੇਰੇ ਉੱਠਦਾ, ਪੁੱਤ ਦੇ ਨਾਲ ਮੋਹ ਕਰਦਾ, ਜਾਂਦਾ ਆਪਣੇ ਕੰਮ ਤੇ ਪ੍ਰਸ਼ਾਦਾ ਪਾਣੀ ਛਕਾਉਂਦਾ, ਵਾਪਸ ਆਉਂਦਾ, ਪੁੱਤ ਨੂੰ ਫਿਰ ਸੰਭਾਲਦਾ। ਮਾਂ ਵਾਲਾ ਪਿਆਰ ਵੀ ਬਾਪ ਕੋਲੋਂ ਮਿਲਦਾ ਤੇ ਬਾਪ ਵਾਲਾ ਪਿਆਰ ਵੀ ਬਾਪ ਕੋਲੋਂ ਮਿਲਦਾ ਹੈ। ਸਮਾਂ ਆਪਣੀ ਚਾਲੇ ਚੱਲਦਾ ਗਿਆ ਤੇ ਇੱਕ ਦਿਨ ਉਹ ਵੀ ਆਇਆ, ਜਿਸ ਦਿਨ ਅੱਜ ਜੇਠਾ ਨਾ ਪਹਿਲਾਂ ਉੱਠ ਪਿਆ, ਬਾਪ ਨਹੀਂ ਉੱਠਿਆ। ਮਨ 'ਚ ਵਿਚਾਰ ਆਏ, 7-8 ਸਾਲ ਦੀ ਉਮਰ, ਸੋਚਦਾ ਕਿ ਬਾਪ ਥੱਕਿਆ ਆਇਆ ਹੋਏਗਾ ਤਾਂ ਨਹੀਂ ਉੱਠਿਆ, ਅੱਗੇ ਰੋਜ਼ ਮੈਨੂੰ ਉਠਾਉਂਦਾ, ਅੱਜ ਮੈਂ ਬਾਪ ਨੂੰ ਉਠਾਉਣਾ। ਅੱਗੇ ਇਹ ਮੈਨੂੰ ਉਠਾਉਂਦਾ, ਅੱਜ ਮੈਂ ਇਹਨੂੰ ਉਠਾਉਣਾ। ਘਰ ਦੇ ਨਿੱਕੇ ਨਿੱਕੇ ਕੰਮ ਜਿੰਨੇ ਕੁ ਬੱਚਾ ਕਰ ਸਕਦਾ ਕਰਨ ਤੋਂ ਬਾਅਦ ਵੇਖਿਆ ਵੀ ਬਾਪ ਹਲੇ ਵੀ ਨਹੀਂ ਉੱਠਿਆ, ਹਲੇ ਵੀ ਨਹੀਂ ਉੱਠਿਆ। ਪੈਰਾਂ ਵਾਲੇ ਪਾਸੇ ਜਾ ਕੇ ਖੜ ਗਿਆ ਉਹ ਬੱਚਾ, ਆਵਾਜ਼ ਮਾਰਦਾ, ਬਾਪੂ ਉੱਠ, ਵੇਖ ਅੱਜ ਮੈਂ ਪਹਿਲਾਂ ਉੱਠ ਪਿਆ ਤੇਰੇ ਤੋਂ, ਅੱਗੇ ਤੂੰ ਮੈਨੂੰ ਉਠਾਣਾ, ਅੱਜ ਮੈਂ ਪਹਿਲਾਂ ਉੱਠ ਪਿਆ। ਕੋਈ ਜਵਾਬ ਨਹੀਂ ਮਿਲਿਆ। ਦੁਬਾਰਾ ਫਿਰ ਆਵਾਜ਼ ਦਿੰਦਾ, ਬਾਪੂ ਉੱਠ। 3-4 ਆਵਾਜ਼ਾਂ ਦਿੱਤੀਆਂ, ਕੋਈ ਜਵਾਬ ਨਹੀਂ ਆਇਆ। ਤੇ ਮਨ 'ਚ ਸੋਚਦਾ ਨਾਲ ਬੋਲਦਾ, ਕਹਿੰਦਾ ਬਾਪੂ ਤੂੰ ਇੱਕ ਆਵਾਜ਼ ਮਾਰਦਾ ਮੈਂ ਉੱਠ ਪੈਣਾ, ਅੱਜ ਮੈਂ ਇੰਨੀਆਂ ਆਵਾਜ਼ਾਂ ਮਾਰੀਆਂ ਤੂੰ ਉੱਠਦਾ ਨਹੀਂ, ਤੂੰ ਉੱਠਦਾ ਨਹੀਂ।
ਫਿਰ ਮਨ ਵਿੱਚ ਵਿਚਾਰ ਆਉਂਦੀ ਹੈ, ਹੋ ਸਕਦਾ ਵੀ ਕਿਤੇ ਕੋਈ ਭੁੱਲ ਗਲਤੀ ਨਾ ਕਰ ਬੈਠਾ ਹੋਵਾਂ, ਬਾਪ ਰੁੱਸ ਨਾ ਗਿਆ ਹੋਵੇ, ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤੇ ਬਾਪ ਰੁੱਸ ਗਿਆ ਹੋਵੇ, ਬਾਪੂ ਰੁੱਸ ਗਿਆ ਹੋਵੇ। ਫਿਰ ਸੋਚਦਾ ਵੀ ਬਾਪੂ ਹੈ, ਏਦਾਂ ਕਿਵੇਂ ਰੁੱਸ ਸਕਦਾ? ਚੱਲ ਜੇ ਰੁੱਸਿਆ ਵੀ ਹੈ, ਇੱਕ ਗਲਵੱਕੜੀ ਪਾਈ ਤੇ ਬਾਪੂ ਨੇ ਮੰਨ ਜਾਣਾ। ਤੁਰਦਿਆਂ ਤੁਰਦਿਆਂ ਪੈਰਾਂ ਵਾਲੇ ਪਾਸਿਓਂ ਮੁੱਖ ਵਾਲੇ ਪਾਸੇ ਆ ਗਿਆ ਭਾਈ ਜੇਠਾ। ਮੁੱਖ ਵਾਲੇ ਪਾਸੇ ਆਏ, ਹੁਣ ਫਿਰ ਆਵਾਜ਼ ਮਾਰਦੇ ਨੇ, ਬਾਪੂ ਨਹੀਂ ਬੋਲਦਾ। ਆਵਾਜ਼ ਮਾਰਦੇ ਨੇ, ਬਾਪੂ ਨਹੀਂ ਬੋਲਦਾ। ਜੋ ਕੱਪੜਾ ਮੁੱਖ ਦੇ ਉੱਤੇ ਲਿਆ ਹੋਇਆ ਸੀ, ਉਹ ਕੱਪੜਾ ਚੁੱਕਿਆ। ਮਨ ਵਿੱਚ ਹੈ ਵੀ ਬਾਪੂ ਨੂੰ ਗਲਵੱਕੜੀ ਪਾਉਂ, ਮਨਾ ਲਵਾਂ। ਕੱਪੜਾ ਚੁੱਕਿਆ, ਹੁਣ ਅੱਖਾਂ ਦੇ ਸਾਹਮਣੇ ਉਹ ਬਚਪਨ ਵਾਲੀ ਤਸਵੀਰ ਆਈ, ਦੇਖ ਚੁੱਕੇ ਨੇ। ਕੋਮਲ ਹਿਰਦਾ ਸੀ, ਸਵਾਲ ਕਰਦਾ, ਕਹਿੰਦਾ ਬਾਪੂ ਜਿੱਦਣ ਮਾਂ ਗਈ ਸੀ ਨਾ, ਉਹ ਇਹ ਕਹਿ ਕੇ ਗਈ ਸੀ ਕਿ ਤੇਰੀ ਬਾਂਹ ਤੇਰੇ ਬਾਪ ਨੂੰ ਫੜਾ ਚੱਲੀ ਆ, ਇਹ ਸੰਭਾਲੋ ਤੈਨੂੰ। ਜੋ ਮੈਂ ਵਾਅਦੇ ਕੀਤੇ ਨੇ ਇਹ ਪੂਰੇ ਕਰੋ, ਸੰਭਾਲੂ ਤੈਨੂੰ, ਬੜਾ ਵੱਡਾ ਬਣਾਣਾ ਪੁੱਤ ਤੈਨੂੰ। ਕਹਿੰਦਾ ਬਾਪੂ ਹੁਣ ਇੰਨਾ ਤੇ ਦੱਸ ਜਾ, ਮੇਰੀ ਬਾਂਹ ਫੜਾ ਕੇ ਕਿਹਨੂੰ ਚੱਲੇ ਆ? ਬਾਪੂ ਹੋ ਗਏ ਤੇ ਬੁੱਲੇ। ਕੋਮਲ ਹਿਰਦਾ ਆਵਾਜ਼ਾਂ ਮਾਰਦਾ, ਆਸ-ਪਾਸ ਦੇ ਲੋਕ ਸੁਣਦੇ ਨੇ, ਇਕੱਠੇ ਹੋਏ ਆ ਕੇ ਵੇਖਿਆ ਵੀ ਬੱਚਾ ਰੋ ਰਿਹਾ, ਕਿਉਂ ਰੋ ਰਿਹਾ? ਆ ਕੇ ਦੇਖਿਆ ਬਾਪ ਵੀ ਅੱਜ ਹੈ ਨਹੀਂ, ਸਾਥ ਛੱਡ ਗਿਆ। ਰਿਸ਼ਤੇਦਾਰ ਇਕੱਠੇ ਹੋਏ, ਸਾਰੇ ਆਏ। 5-7 ਦਿਨ ਦਾ ਸਮਾਂ, ਕੋਈ ਕਿੰਨੇ ਦਿਨ ਰਿਹਾ, ਕੋਈ ਕਿੰਨੇ ਦਿਨ ਰਿਹਾ, ਇੱਕ ਇੱਕ ਕਰਕੇ ਜਾਂਦੇ ਰਹੇ। ਹੁਣ ਘਰ ਦੇ ਵਿੱਚ ਇਕੱਲੀ ਨਾਨੀ ਤੇ ਭਾਈ ਜੇਠਾ ਨੇ। ਸਮਾਂ ਲੰਘ ਗਿਆ। ਇੱਕ ਦਿਨ ਨਾਨੀ ਕਹਿੰਦੀ ਹੈ ਵੀ ਜੇਠਿਆ ਏਦਾਂ ਕਰ ਪੁੱਤ, ਆਪਣੇ ਜੋ ਕੱਪੜੇ ਲੀੜੇ ਨੇ ਇੱਕ ਝੋਲੇ ਚ ਪਾ, ਆਪਾਂ ਚੱਲੀਏ ਇੱਥੋਂ, ਚੱਲੀਏ। ਤੇ ਭਾਈ ਜੇਠਾ ਪੁੱਛਦੇ, ਨਾਨੀ ਕਿੱਥੇ ਜਾਵਾਂਗੇ, ਕਿਉਂ ਜਾਣਾ? ਉਹ ਕਹਿੰਦੀ ਆਪਣੇ ਪਿੰਡ ਚੱਲਦੇ ਆ। ਕਿਉਂ ਜਾਣਾ? ਕਹਿੰਦੀ ਪੁੱਤ ਮੈਂ ਲਾਹੌਰ ਸ਼ਹਿਰ ਨੂੰ ਦੇਖਿਆ, ਮੈਂ ਇੰਨੇ ਦਿਨਾਂ ਤੋਂ ਸੋਚ ਕੇ ਰੁਕੀ ਹੋਈ ਸੀ ਵੀ ਕੋਈ ਤਾਇਆ ਆਏਗਾ, ਕੋਈ ਚਾਚਾ ਆਏਗਾ, ਕੋਈ ਹੋਰ ਰਿਸ਼ਤੇਦਾਰ ਸਾਕ ਸੰਬੰਧੀ ਆਏਗਾ, ਵੀ ਜਿੱਥੇ ਸਾਡੇ ਬੱਚੇ ਨੇ ਉਹ 2 ਰੋਟੀਆਂ ਖਾ ਛੱਡਦੇ ਨੇ, ਇਹ ਬੱਚੇ ਨੂੰ ਵੀ 2 ਰੋਟੀਆਂ ਦੇ ਦਿਆਂਗੇ, ਅਨਾਥ ਹੈ। ਤੇ ਫਿਰ ਕੀ ਹੋਇਆ ਜੇ ਯਤੀਮ ਹੋ ਗਿਆ? 2 ਪ੍ਰਸ਼ਾਦੇ ਇਹਨੂੰ ਵੀ ਦੇ ਦਿਆਂਗੇ। ਪਰ ਕਹਿੰਦੀ ਮੈਂ ਦੇਖਿਆ ਵੀ ਇੱਕ ਵੀ ਕੋਈ ਆਇਆ ਨਹੀਂ ਜਿਹਨੇ ਤੇਰੀ ਬਾਂਹ ਫੜੀ ਹੋਵੇ, ਤੂੰ ਇੱਥੇ ਰਹਿ ਨਹੀਂ ਸਕੇਗਾ। ਤੇਰਾ ਕੋਈ ਮਾਮਾ ਹੁੰਦਾ, ਕੋਈ ਮਾਸੀ ਹੁੰਦੀ, ਉਹ ਸੰਭਾਲ ਲੈਂਦੇ। ਕਹਿੰਦੇ ਪਰ ਬੁੱਢੜੀ ਆ, ਤੇਰੇ ਕੋਲ ਸਦਾ ਮੈਂ ਨਹੀਂ ਰਹਿ ਸਕਦੀ। ਕਹਿੰਦੀ ਜੇਠਿਆ ਆਪਣੇ ਕੱਪੜੇ ਲੈ, ਚੱਲ ਆਪਾਂ ਚੱਲੀਏ। ਤੁਰੇ ਨਾਨੀ ਦੇ ਨਾਲ। ਜਦੋਂ ਘਰ ਦੇ ਦਰਵਾਜ਼ੇ ਚੋਂ ਨਿਕਲੇ ਨਾ, ਤੇ ਨਾਨੀ ਦਰਵਾਜ਼ੇ ਨੂੰ ਬੰਦ ਕਰਨ ਲੱਗੀ, ਤੇ ਬੱਚਾ ਸਹਿਜ ਸੁਭਾਅ ਪੁੱਛਦਾ, ਇਹ ਦਰਵਾਜ਼ਾ ਹੁਣ ਖੋਲੂ ਕੌਣ? ਕਦੋਂ ਖੁੱਲੇਗਾ? ਤੇ ਨਾਨੀ ਸਹਿਜ ਸੁਭਾਅ ਕਹਿੰਦੀ ਜਿਹਨੇ ਲਗਾਇਆ ਉਹ ਆਪ ਹੀ ਜਾਣਦੇ ਵੀ ਇਹਨੂੰ ਕਦੋਂ ਖੋਲਣਾ ਤੇ ਕਿਹਨੇ ਖੋਲਣਾ, ਉਹ ਆਪ ਹੀ ਜਾਣਦਾ। ਹੁਣ ਆਪਣੇ ਨਾਨਕੇ ਪਿੰਡ ਆ ਗਏ ਤੇ ਇੱਥੇ ਨਾ
ਹੁਣ ਕੁਝ ਦਿਨ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਉਹ ਆਉਂਦੇ ਨੇ ਦੁੱਖ ਸਾਂਝਾ ਕਰਨ ਦੇ ਲਈ, ਆਉਂਦੇ ਨੇ ਚਲੇ ਜਾਂਦੇ ਨੇ, ਆਉਂਦੇ ਨੇ ਚਲੇ ਜਾਂਦੇ ਨੇ, ਵੀ ਇਦਾਂ ਚਲੋ ਹੋਇਆ। ਸਮਾਂ ਬਤੀਤ ਹੋਇਆ, ਕੁਝ ਦਿਨ ਲੰਘੇ ਤੇ ਇੱਕ ਦਿਨ ਨਾਨੀ ਨੂੰ ਕਹਿੰਦੇ ਨਾਨੀ ਬਾਹਰ ਗਲੀ ਦੇ ਵਿੱਚ ਮੈਂ ਵੇਖਿਆ ਬੱਚੇ ਖੇਡ ਰਹੇ ਨੇ, ਮੈਂ ਵੀ ਜਾ ਕੇ ਖੇਡ ਲਵਾਂ, ਮੈਂ ਵੀ ਖੇਡਣਾ ਚਾਹੁੰਦਾ, ਮੈਂ ਵੀ ਖੇਡ ਲਵਾਂ। ਤੇ ਨਾਨੀ ਵੀ ਅੱਗੋਂ ਹੌਸਲਾ ਦਿੰਦੀ ਹੈ, ਕਹਿੰਦੀ ਪੁੱਤ ਹਾਂ ਜਾ ਖੇਡ ਲੈ, ਵੀ ਬੱਚਾ ਖੇਡੇਗਾ ਇਹਦਾ ਮਨ ਕਿਸੇ ਹੋਰ ਪਾਸੇ ਜਾਏਗਾ, ਅੰਦਰ ਜੋ ਦੁੱਖ ਹੈ ਉਹ ਨਿਕਲੇਗਾ, ਇਹਦਾ ਖੇਡੇਗਾ ਮਨ ਪਰਚ ਜਾਏਗਾ, ਮਨ ਪਰਚ ਜਾਏਗਾ। ਨਾਨੀ ਘਰ ਦੇ ਕੰਮਾਂ ਦੇ ਵਿੱਚ ਲੱਗ ਗਈ, ਜਾਂਦੇ ਨੂੰ ਦੇਖਦੀ ਰਹੀ ਵੀ ਬੱਚਾ ਜਾ ਰਿਹਾ, ਖੇਡਣ ਜਾ ਰਿਹਾ। ਉਹ ਖੇਡ ਦੇ ਵਿੱਚ ਲੱਗ ਗਏ ਤੇ ਆਪ ਘਰ ਦੇ ਕੰਮਾਂ ਵਿੱਚ ਲੱਗ ਗਈ। ਕੁਝ ਸਮਾਂ ਬਤੀਤ ਹੋਇਆ, ਬਾਹਰ ਨੂੰ ਝਾਤੀ ਮਾਰੀ, ਕੀ ਦੇਖਿਆ ਵੀ ਵਿਹੜੇ ਦੇ ਵਿੱਚ ਜੇਠਾ ਬੈਠਾ ਹੋਇਆ ਹੈ। ਆਈ ਪੁੱਛਦੀ ਹੈ, ਕਹਿੰਦੀ ਕੀ ਗੱਲ ਹੋਈ ਪੁੱਤ, ਤੂੰ ਤੇ ਖੇਡਣ ਗਿਆ ਸੀ, ਖੇਡਿਆ ਨਹੀਂ, ਬੜੀ ਜਲਦੀ ਵਾਪਸ ਆ ਗਈ। ਕਹਿੰਦਾ ਨਾਨੀ ਮੈਂ ਗਿਆ ਤੇ ਖੇਡਣ ਸੀ, ਪਰ ਉਹਨਾਂ ਬੱਚਿਆਂ ਨੇ ਮੈਨੂੰ ਨਾਲ ਖਿਡਾਇਆ ਨਹੀਂ, ਨਾਲ ਨਹੀਂ ਖਿਡਾਇਆ। ਨਾਨੀ ਕਹਿੰਦੀ ਕੋਈ ਗੱਲ ਨਹੀਂ, ਤੈਨੂੰ ਜਾਣਦੇ ਨਹੀਂ, ਤੂੰ ਨਵਾਂ ਹੈ, ਤੇਰੇ ਮਿੱਤਰ ਬਣ ਜਾਣਗੇ, ਦੋਸਤ ਬਣ ਜਾਣਗੇ, ਖਿਡਾਇਆ ਕਰਨਗੇ। ਕਹਿੰਦਾ ਨਹੀਂ ਨਾਨੀ, ਉਹ ਤੇ ਖਿਡਾਉਣ ਲੱਗ ਗਏ ਸੀ, ਖਿਡਾਉਣ ਲੱਗ ਗਏ ਸੀ, ਪਰ ਕਹਿੰਦੇ ਉਹਨਾਂ ਦੀਆਂ ਮਾਵਾਂ ਆਈਆਂ, ਆਪਣੇ ਆਪਣੇ ਬੱਚੇ ਦੀ ਬਾਹ ਫੜ ਕੇ ਲੈ ਗਈਆਂ, ਕਹਿੰਦੀਆਂ ਇਹਦੇ ਨਾਲ ਨਹੀਂ ਖੇਡਣਾ, ਇਹ ਉਹ ਹੈ ਜਿਹੜਾ ਜਨਮ ਲੈਂਦਿਆਂ ਸਾਰੀ ਆਪਣੇ ਪਰਿਵਾਰ ਨੂੰ ਖਤਮ ਕਰਨ ਦੇ ਉੱਤੇ ਤੁਲਿਆ ਹੋਇਆ, ਇਹਨੇ ਆਪਣੀ ਮਾਂ ਵੀ ਖਾ ਲਈ, ਆਪਣਾ ਬਾਪ ਵੀ ਖਾ ਲਿਆ, ਇਹਦੇ ਨਾਲ ਨਹੀਂ ਖੇਡਣਾ, ਤੁਸੀਂ ਫੜ ਕੇ ਬਾਹ ਤੋਂ ਲੈ ਗਈ, ਇਹਦਾ ਚਿਹਰਾ ਨਹੀਂ ਦੇਖਣਾ। ਤੇ ਪੁੱਛਦਾ, ਕਹਿੰਦਾ ਨਾਨੀ ਮੇਰਾ ਚਿਹਰਾ ਸੋਹਣਾ ਨਹੀਂ, ਕੀ ਹੋਇਆ ਮੇਰੇ ਚਿਹਰੇ ਨੂੰ, ਸੋਹਣਾ ਨਹੀਂ? ਤੇ ਨਾਨੀ ਸਮਝਾਉਂਦੀ ਹੈ, ਕਹਿੰਦੀ ਪੁੱਤ ਬੜਾ ਸੋਹਣਾ ਹੈ, ਬੜਾ ਸੋਹਣਾ। ਸਮਝ ਨਹੀਂ ਉਹਨਾਂ ਦੀ, ਕਹਿੰਦੀ ਤੇਰਾ ਚਿਹਰਾ ਇੰਨਾ ਸੋਹਣਾ ਹੈ, ਦਾਤਾ ਕਦੇ ਮਿਹਰਬਾਨ ਹੋਇਆ, ਇਸ ਚਿਹਰੇ ਦੇ ਦਰਸ਼ਨ ਕਰਨ ਦੇ ਲਈ ਲੋਕ ਤਰਸਣਗੇ। ਨਹੀਂ ਸਮਝ ਉਹਨਾਂ ਨੂੰ, ਪਤਾ ਨਹੀਂ ਕਿਹੜੇ ਹਿਰਦੇ ਦੀ ਭਾਵਨਾ ਦੇ ਵਿੱਚੋਂ ਨਾਨੀ ਨੇ ਇਹ ਬਚਨ ਕਹੇ ਹੋਣਗੇ। ਅੱਜ ਵੀ ਦੇਖੋ ਇੱਕ ਇੱਕ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਨੇ, ਕਈ ਗੁਰਦੁਆਰਾ ਸਾਹਿਬ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਹਰ ਥਾਂ ਤੇ ਉਹੀ ਹੈ, ਹਰ ਥਾਂ ਤੇ ਸਤਿਗੁਰੂ ਜੀ ਦੀ ਕਿਰਪਾ ਇੱਕੋ ਜਿਹੀ ਵਾਪਰਦੀ ਹੈ। ਮਤਾ ਕੋਈ ਇਹ ਭੁਲੇਖਾ ਨਾ ਲੈ ਜਾਏ ਵੀ ਇਹ ਜੋ ਮੈਂ ਬਚਨ ਕਹਿਣ ਜਾ ਰਿਹਾ, ਵੀ ਮਤਾ ਕੋਈ ਇਹ ਨਾ ਭੁਲੇਖਾ ਲੈ ਜਾਏ ਵੀ ਸਾਡੇ ਪਿੰਡ ਵਾਲਾ ਜਿਹੜਾ ਗੁਰਦੁਆਰਾ ਵੀ ਇਹ ਹੋਰ ਤਰ੍ਹਾਂ ਦਾ ਮਹੱਤਵ ਰੱਖਦਾ, ਦੂਸਰਾ ਅਸਥਾਨ ਕੋਈ ਹੋਰ ਤਰ੍ਹਾਂ ਦਾ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਹਰ ਥਾਂ ਤੇ ਇੱਕੋ ਜਿਹਾ ਹੀ ਹੈ। ਸਤਿਗੁਰੂ ਜੀ ਹਰ ਥਾਂ ਦੇ ਉੱਤੇ ਇੱਕੋ ਜਿਹੀ ਕਿਰਪਾ ਹੀ ਵਰਤਾਉਂਦੇ ਨੇ। ਪਰ ਗੁਰੂ ਰਾਮਦਾਸ ਮਹਾਰਾਜ ਜੀ ਦਾ ਘਰ ਇੱਕ ਏਦਾਂ ਦਾ ਘਰ ਹੈ ਜਿੱਥੇ ਜਾ ਕੇ ਨਾ ਸਵੇਰੇ 3 ਵਜੇ ਖੜੇ ਹੁੰਦੇ ਨੇ, ਦਰਵਾਜ਼ੇ ਦੇ ਅੱਗੇ ਖੋਲ ਕੇ ਬੇਨਤੀਆਂ ਕਰਦੇ ਨੇ ਵੀ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ, ਖੋਲ ਕੇ ਬਾਹਰ। ਏਦਾਂ ਦਾ ਹੈ, ਏਦਾਂ। ਤੇ ਸੱਚ ਜਾਣਿਓ, ਜਦੋਂ ਹਰਿਮੰਦਰ ਸਾਹਿਬ ਜਾਂਦੇ ਹੋ ਨਾ, ਧਿਆਨ ਦੇ ਨਾਲ ਦੇਖਿਓ, ਮਹਿਸੂਸ ਕਰਿਓ ਚੀਜ਼ ਨੂੰ। ਸਤਿਗੁਰੂ ਜੀ ਨੇ ਨਾ ਉਹ ਜੋ ਅਸਥਾਨ ਬਣਾਇਆ, ਜਿਹਦੇ ਪਵਿੱਤਰਤਾ ਬਿਹਾਲ ਰੱਖਣ ਦੇ ਲਈ ਸਿੱਖਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ, ਬਹੁਤ ਕੁਰਬਾਨੀਆਂ। ਤੇ ਮੈਂ ਕਿਸੇ ਕਵੀ ਦੇ ਵਚਨ ਸੁਣਦਾ ਸੀ, ਕਹਿੰਦਾ ਨਾ ਵੀ ਮਤਾ ਭੁਲੇਖਾ ਖਾ ਜਾਇਓ ਜਦੋਂ ਹਰਿਮੰਦਰ ਸਾਹਿਬ ਜਾਂਦੇ ਹੋ, ਉਸ ਅਸਥਾਨ ਤੇ ਮਤਾ ਇਹ ਭੁਲੇਖਾ ਖਾ ਜਾਇਓ ਵੀ ਅਸੀਂ ਫਰਸ਼ ਦੇ ਉੱਤੇ ਤੁਰ ਰਹੇ ਹਾਂ। ਕਹਿੰਦਾ ਜਿੱਥੇ ਇੱਕ ਇੱਕ ਪੱਥਰ ਦੇ ਉੱਤੇ ਤੁਸੀਂ ਪੈਰ ਰੱਖਦੇ ਹੋ, ਉਹਦੇ ਥੱਲੇ ਕਈ ਸੈਂਕੜੇ
ਸਿੰਘ ਨੇ ਜਿਨ੍ਹਾਂ ਦੇ ਸੀਸ ਲੱਗੇ ਹੋਏ ਨੇ, ਕਈ ਸੈਂਕੜੇ ਸਿੰਘ ਜਿਨ੍ਹਾਂ ਦੇ ਸੀਸ ਲੱਗੇ ਹੋਏ ਨੇ। ਸਤਿਗੁਰੂ ਜੀ ਦੇ ਉਹ ਅਸਥਾਨ ਦਾ ਮਹੱਤਵ ਤਾਂ ਬਣਦਾ ਇਤਿਹਾਸ ਵਿੱਚ ਕਿਉਂਕਿ ਸਿੱਖੀ ਦੇ ਪ੍ਰਚਾਰ ਦਾ ਉਹ ਪਹਿਲਾ ਕੇਂਦਰ ਇਦਾਂ ਦਾ ਬਣਿਆ, ਪਹਿਲਾ ਕੇਂਦਰ ਜਿੱਥੇ ਭਾਵੇਂ ਕੋਈ ਗਰੀਬ ਗੁਰਬਾ ਆ ਜਾਏ ਉਹ ਭੁੱਖਾ ਨਹੀਂ ਸੀ ਜਾ ਸਕਦਾ, ਜਿਹਦਾ ਕੋਈ ਟਿਕਾਣਾ ਨਹੀਂ ਉਹ ਅੱਜ ਵੀ ਚਲਾ ਜਾਏ ਉੱਥੇ ਟਿਕਾਣਾ ਮਿਲ ਜਾਂਦਾ। ਜਿਹਨੂੰ ਕੋਈ ਸੰਭਾਲਣ ਵਾਲਾ ਨਾ ਹੋਵੇ ਉਹ ਚਲਾ ਜਾਏ ਉਹਨੂੰ ਸਾਂਭਣ ਵਾਲਾ ਮਿਲ ਜਾਂਦਾ ਹੈ। ਜਿਹਦੇ ਕੋਲ ਲੀੜਾ ਨਹੀਂ ਕੱਪੜਾ ਨਹੀਂ ਉਹ ਉੱਦਾਂ ਦੀ ਇੱਛਾ ਲੈ ਕੇ ਚਲਾ ਜਾਏ, ਉਹਦੀ ਹਰ ਸਰੀਰਕ ਜ਼ਰੂਰਤ, ਆਤਮਿਕ ਜ਼ਰੂਰਤ, ਉਹਦੀਆਂ ਸਾਰੀਆਂ ਜਿੰਨੀਆਂ ਲੋੜਾਂ ਨੇ ਉਹ ਸਾਰੀਆਂ ਲੋੜਾਂ ਉਸ ਅਸਥਾਨ ਤੋਂ ਪੂਰੀਆਂ ਹੁੰਦੀਆਂ ਨੇ। ਸਾਰੀਆਂ ਲੋੜਾਂ ਸਾਰੀਆਂ ਲੋੜਾਂ ਏਦਾਂ ਦਾ ਕੋਈ ਵੀ ਨਹੀਂ ਜਿਹੜੀ ਉੱਥੋਂ ਖਾਲੀ ਮੁੜ ਆਵੇ। ਮੈਂ ਇਤਿਹਾਸ ਵਿੱਚੋਂ ਪੜ੍ਹਦਾ ਸੀ, ਖੈਰ ਚਲੋ ਇਹ ਸੱਚਾਈ ਹੈ ਵੀ ਅੱਜ ਉੱਥੇ ਪ੍ਰਬੰਧ ਸਹੀ ਨਹੀਂ ਰਿਹਾ, ਪ੍ਰਬੰਧਕ ਮਾੜੇ ਹੋ ਗਏ, ਢਾਂਚਾ ਮਾੜਾ ਹੋ ਗਿਆ। ਪਰ ਮੈਂ ਪੜ੍ਹ ਰਿਹਾ ਸੀ, ਕਹਿੰਦੇ ਲਾਹੌਰ ਤੋਂ ਨਾ ਕੋਈ ਭਾਵਨਾ ਵਾਲਾ ਪਿਆਰਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆਇਆ, ਦੁਰਗਿਆਣਾ ਮੰਦਿਰ ਦੇ ਵਿੱਚ, ਹਿੰਦੂ ਮਤ ਨਾਲ ਸੰਬੰਧਿਤ ਸੀ। ਸਾਰਾ ਦਿਨ ਮੰਦਿਰ ਵਿੱਚ ਸੇਵਾ ਕਰਦਾ ਰਿਹਾ, ਸਾਰਾ ਦਿਨ। ਸਵੇਰ ਹੋਈ, ਸਵੇਰ ਤੋਂ ਸੇਵਾ ਕਰਨ ਲੱਗਾ, ਸ਼ਾਮ ਆ ਗਈ, ਸੇਵਾ ਕਰਦਾ ਰਿਹਾ। ਸ਼ਾਮ ਹੋਈ, ਵੇਖਿਆ ਵੀ ਸਮਾਂ ਜ਼ਿਆਦਾ ਹੋ ਗਿਆ, ਮੈਂ ਵਾਪਸ ਨਹੀਂ ਜਾ ਸਕਦਾ, ਤੇ ਮੰਦਿਰ ਦੇ ਪੁਜਾਰੀ ਨੂੰ ਕਹਿੰਦਾ ਕੁਝ ਛਕਣ ਦੇ ਲਈ ਮਿਲ ਸਕਦਾ ਹੈ, ਵਾਪਸ ਨਹੀਂ ਜਾਇਆ ਜਾਣਾ, ਭੁੱਖ ਲੱਗੀ। ਉਹ ਕਹਿੰਦਾ ਵੀ ਆ ਫੁੱਲੀਆਂ ਦਾ ਪ੍ਰਸ਼ਾਦ ਹੈ, ਅਸੀਂ ਇਹ ਵਰਤਾਨੇ ਆ, ਤੈਨੂੰ ਥੋੜਾ ਵੱਧ ਦੇ ਦੇਣਾ, ਹੋਰ ਕੁਝ ਨਹੀਂ ਛਕਣ ਦੇ ਲਈ, ਹੋਰ ਕੁਝ ਨਹੀਂ। ਉਹ ਕਹਿੰਦਾ ਮੈਂ ਰਾਤ ਵੀ ਕੱਟਣੀ ਹੈ, ਕਹਿੰਦਾ ਰਾਤ ਕੱਟਣ ਦੇ ਲਈ ਵੀ ਕੋਈ ਪ੍ਰਬੰਧ ਨਹੀਂ, ਰਾਤ ਨਹੀਂ ਇੱਥੇ ਰਹਿ ਸਕਦਾ। ਪੁੱਛਦਾ ਕੋਈ ਲਾਗੇ ਕੋਈ ਸਰਾਹ ਹੋਵੇ, ਕੋਈ ਏਦਾਂ ਦਾ ਹੋਰ ਟਿਕਾਣਾ ਹੋਵੇ ਜਿੱਥੇ ਮੈਂ ਜਾ ਕੇ ਆਪਣੀ ਰਾਤ ਹੈ ਜਿਹੜੀ ਉਹ ਰਾਤ ਲੰਘਾ ਸਕਾਂ। ਹੁਣ ਸ਼ਹਿਰ ਦਾ ਵਸਨੀਕ ਸੀ, ਉਹ ਕਹਿੰਦਾ ਵੀ ਭਾਈ ਸਿੱਖਾਂ ਦਾ ਅਸਥਾਨ ਹੈ, ਉੱਥੇ ਚਲਾ ਜਾ। ਉੱਥੇ ਆਇਆ, ਹੁਣ ਭੁੱਖਾ ਸੀ, ਸਵੇਰ ਦਾ ਲੰਗਰ ਦੀ ਲੋੜ ਸੀ, ਪੁੱਛਦਾ ਕਿਸੇ ਨੂੰ ਪ੍ਰਸ਼ਾਦਾ ਛਕਣਾ, ਉਹਨੇ ਹੱਥ ਕਰਤਾ, ਕਹਿੰਦੇ ਉਧਰ ਲੰਗਰ ਹਾਲ ਚਲਾ ਜਾ ਕੇ ਬੈਠਾ, ਪ੍ਰਸ਼ਾਦਾ ਛਕਿਆ। ਆਸੇ ਪਾਸੇ ਵੇਖਦੇ ਵੀ ਜਿਸ ਪੰਗਤ ਵਿੱਚ ਮੈਂ ਬੈਠਾ ਹੋਇਆ ਇਹਦੇ 'ਚ ਇਕੱਲਾ ਮੈਂ ਨਹੀਂ, ਬੜੇ ਲੋਕ ਬੈਠੇ ਹੋਏ ਨੇ, ਬੜੇ ਲੋਕ, ਤੇ ਸਾਰੇ ਲੋਕ ਨੇ ਜਿਹੜੇ ਕੋਈ ਕਿਸੇ ਧਰਮ ਨਾਲ ਸੰਬੰਧਿਤ ਹੈ, ਕੋਈ ਕਿਸੇ ਧਰਮ ਨਾਲ ਸੰਬੰਧਿਤ ਹੈ, ਕੋਈ ਕਿਸੇ ਫਿਰਕੇ ਨਾਲ ਸੰਬੰਧਿਤ ਹੈ, ਕੋਈ ਕਿਸੇ ਨਾਲ ਸੰਬੰਧਿਤ ਹੈ। ਰੰਗ ਰੂਪ ਤੋਂ ਵੇਖਦੇ ਵੀ ਕੋਈ ਕਿਸੇ ਜਾਤੀ ਨਾਲ ਸੰਬੰਧਿਤ ਹੈ, ਕੋਈ ਕਿਸੇ ਜਾਤੀ ਨਾਲ ਸੰਬੰਧਿਤ ਹੈ। ਪਰ ਹੈਰਾਨ ਹੋਇਆ ਵੀ ਸਾਰਿਆਂ ਨੂੰ ਇੱਕੋ ਨਜ਼ਰ ਦੇ ਨਾਲ ਦੇਖਦਾ ਸੇਵਾਦਾਰ। ਅਸਲ 'ਚ ਸੇਵਾਦਾਰ ਦੇ ਵੀ ਬੜਾ ਕੁਝ ਹੱਥ ਹੁੰਦਾ ਜੇ ਰੱਬੀ ਰੂਹ ਹੋਵੇ ਤੇ। ਵਰਤਾਨ ਆਉਂਦਾ, ਪੁੱਛਦਾ ਵਾਹਿਗੁਰੂ ਜੀ ਪ੍ਰਸ਼ਾਦਾ, ਵਾਹਿਗੁਰੂ ਜੀ ਦਾਲ, ਵਾਹਿਗੁਰੂ ਜੀ ਜਲ, ਹੋਰ ਪਦਾਰਥ ਨੇ। ਪੁੱਛਦਾ, ਕਹਿੰਦਾ ਇੰਨਾ ਸਤਿਕਾਰ ਵੀ ਜੀ ਕਰਕੇ ਛਕਾਉਂਦੇ ਨੇ, ਜੀ ਕਰਕੇ। ਬਾਹਰ ਨਿਕਲਿਆ, ਪ੍ਰਸ਼ਾਦਾ ਛਕ ਕੇ ਬਰਤਨ ਸਾਫ਼ ਕੀਤੇ, ਅੱਗੇ ਤੁਰਿਆ ਤੇ ਕੀ ਵੇਖਦੇ ਅੱਗੇ ਇੱਕ ਸਿੰਘ ਖੜਾ ਹੈ। ਉਹ ਕਹਿੰਦਾ ਭਾਈ ਕਿੱਥੋਂ ਦਾ? ਕਹਿੰਦਾ ਜੀ ਲਾਹੌਰ। ਫਿਰ ਤੇ ਤੂੰ ਵਾਪਸ ਨਹੀਂ ਜਾ ਸਕਦਾ, ਪ੍ਰਸ਼ਾਦਾ ਛਕ ਲਿਆ? ਕਹਿੰਦਾ ਹਾਂਜੀ ਛਕ ਲਿਆ। ਕਹਿੰਦੇ ਭਾਈ ਏਦਾਂ ਕਰ, ਇੱਥੋਂ ਉਹ ਕਮਰਾ ਜਿਹੜਾ ਪਿਆ ਉਹਦੇ ਚੋਂ ਬਿਸਤਰੇ ਮਿਲ ਜਾਂਦੇ ਨੇ, ਉਹ ਸਰਾਂ ਬਣੀ ਹੋਈ ਹੈ, ਉਹਦੇ ਵਿੱਚ ਕਮਰਾ ਮਿਲ ਜਾਏਗਾ, ਜਾਂ ਉੱਥੇ ਆਰਾਮ ਕਰ ਲੈ। ਮਨ ਹੈਰਾਨ ਹੋਇਆ ਵੀ ਇੱਕ ਤੋਂ ਮੈਂ ਮੰਗਿਆ ਸੀ ਉਹਨੇ ਤਾਂ ਨਹੀਂ ਦਿੱਤਾ, ਦੂਸਰੇ ਨੂੰ ਮੈਂ ਹਲੇ ਕਿਹਾ ਹੀ ਨਹੀਂ ਵੀ ਮੈਂ ਥੱਕਿਆ, ਦੂਸਰੇ ਨੂੰ ਮੈਂ ਕਿਹਾ ਹੀ ਨਹੀਂ ਮੈਂ ਥੱਕਿਆ। ਤੇ ਉਹ ਏਦਾਂ ਕਹਿੰਦਾ ਵੀ ਬੜਾ
ਆਨੰਦ ਦੇ ਵਿੱਚ ਆਇਆ। ਚਲੋ ਆਰਾਮ ਕੀਤਾ, ਆਰਾਮ ਕੀਤਾ। ਸਵੇਰ ਹੋਈ, ਕੀਰਤਨ ਦੀਆਂ ਧੁਨਾਂ ਕੰਨ ਵਿੱਚ ਪਈਆਂ, ਜਾਗ ਖੁੱਲੀ, ਇਸ਼ਨਾਨ ਕੀਤਾ। ਮਨ ਵਿੱਚ ਸੋਚਦਾ ਹੈ ਵੀ ਮੈਂ ਜਾ ਕੇ ਵੇਖਾਂ ਕਿਹੜੇ ਪਾਸਿਓਂ ਆਵਾਜ਼ ਆ ਰਹੀ ਹੈ। ਤੁਰਿਆ ਅੱਗੇ ਕੀਰਤਨ ਸੁਣਨ ਨੂੰ, ਰਾਹ 'ਚ ਫਿਰ ਸੇਵਾਦਾਰ ਟੱਕਰ ਗਿਆ। ਕਹਿੰਦਾ ਭਾਈ ਕਿੱਧਰ ਚੱਲੇ ਆ? ਕਹਿੰਦਾ ਮੈਂ ਆ ਸੁਣਨ ਜਾ ਰਿਹਾ ਵੀ ਆ ਜੋ ਆਵਾਜ਼ ਆ ਰਹੀ ਹੈ ਕਿੱਧਰੋਂ ਆ ਰਹੀ ਹੈ, ਮੈਂ ਸੁਣਨ ਦੇ ਲਈ ਜਾ ਰਿਹਾ, ਸੁਣਨ ਦੇ ਲਈ। ਤੇ ਉਹ ਜਿਹੜਾ ਸੇਵਾਦਾਰ ਅੱਗੇ ਖੜਾ ਸੀ ਕਹਿੰਦਾ ਭਾਈ ਸੰਗਤ ਵਿੱਚ ਵੀ ਚਲਾ ਜਾਈ। ਕਹਿੰਦੇ ਏਦਾਂ ਕਰ, ਚਾਹ ਪਾਣੀ ਤਿਆਰ ਹੈ, ਪਹਿਲਾਂ ਚਾਹ ਪੀ ਲੈ। ਚਾਹ ਤਿਆਰ ਹੈ, ਛਕ ਲੈ, ਫਿਰ ਅੱਗੇ ਚਲਾ ਜਾਈ। ਉਹਨੇ ਛਕੀ, ਅੱਗੇ ਗਿਆ। ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਪਰਿਕਰਮਾ ਕੀਤੀ। ਪਰਿਕਰਮਾ ਕੀਤੀ, ਪਰਿਕਰਮਾ 'ਚੋਂ ਤੁਰਦੇ ਵੇਖੋ ਅੱਜ ਵੀ ਜਿਹੜਾ ਮੁੱਖ ਦੁਆਰ ਹੈ ਨਾ ਦਰਬਾਰ ਸਾਹਿਬ ਦਾ, ਉਹ ਜਲਿਆਂਵਾਲੇ ਬਾਗ ਦੀ ਸਾਈਡ ਤੋਂ ਆਉਂਦਾ ਹੈ। ਉਸ ਸਾਈਡ ਤੋਂ ਆਉਂਦਾ, ਪਰਿਕਰਮਾ ਕਰਨੀ ਬੰਦਾ ਸ਼ੁਰੂ ਕਰੇ, ਇੱਕ ਦਰਵਾਜ਼ਾ ਆਉਂਦਾ ਜਿਹੜਾ ਲੰਗਰ ਦੇ ਕੋਲ ਹੈ। ਦੂਸਰਾ ਦਰਵਾਜ਼ਾ ਆਉਂਦਾ ਜਿਹੜਾ ਦਰਵਾਜ਼ਾ ਅੱਗੇ ਜਾ ਕੇ ਮੰਜੀ ਸਾਹਿਬ ਦੀਵਾਨ ਹਾਲ ਵਾਲੀ ਸਾਈਡ ਨੂੰ ਨਿਕਲਦਾ ਹੈ। ਅੱਗੇ ਜਾਈਦੇ, ਤੀਸਰਾ ਦਰਵਾਜ਼ਾ ਆਉਂਦਾ ਜਦੋਂ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਲੰਘਦੇ ਆ, ਇੱਕ ਦਰਵਾਜ਼ਾ ਫਿਰ ਆਉਂਦਾ ਹੈ। ਹੁਣ ਸਿੱਖ ਦੇ ਲਈ ਇੱਕ ਮੌਕਾ ਸਤਿਗੁਰੂ ਜੀ ਨੇ ਦਿੱਤਾ। ਭਾਈ ਆਇਆ ਗੁਰੂ ਘਰ ਦੇ ਵਿੱਚ, ਠੀਕ ਹੈ, ਕਰਨੀ ਸੇਵਾ ਠੀਕ, ਨਹੀਂ ਕਰਨੀ ਪ੍ਰਸ਼ਾਦਾ ਪਾਣੀ ਤਿਆਰ ਹੈ, ਛਕਿਆ, ਤੂੰ ਇੱਥੋਂ ਜਾ ਸਕਦਾ ਹੈ, ਲੋੜ ਪੂਰੀ ਹੋ ਗਈ, ਜਾ ਸਕਦਾ। ਫਿਰ ਆ ਜੀ, ਸਤਿਗੁਰੂ ਜੀ ਨੇ ਅੱਗੇ ਰਸਤਾ ਦਿਖਾਇਆ। ਕਹਿੰਦੇ ਭਾਈ ਇੱਥੇ ਜੇ ਆਏ ਗੁਰਬਾਣੀ ਦੀ ਵਿਚਾਰ ਸੁਣਨੀ ਪਏਗੀ। ਅਗਲਾ ਦਰਵਾਜ਼ਾ ਉਧਰ ਨੂੰ ਖੁੱਲਿਆ ਜਿੱਥੋਂ ਅੱਜ ਰੋਜ਼ਾਨਾ ਅਸੀਂ ਗੁਰਬਾਣੀ ਦੀ ਲੜੀਵਾਰ ਕਥਾ ਜੋ ਚੱਲ ਰਹੀ ਹੈ, ਹੁਕਮਨਾਮਾ ਸਾਹਿਬ ਦੀ ਵਿਚਾਰ ਸਰਵਣ ਕਰਦੇ ਹਾਂ। ਗੁਰਬਾਣੀ ਦੀ ਵਿਚਾਰ ਨੂੰ ਸੁਣਨਾ ਪਏਗਾ, ਇਹ ਵਿਚਾਰ ਧਾਰਾ ਦੇ ਉੱਤੇ ਚੱਲਣਾ ਪਏਗਾ। ਅੱਗੇ ਤੁਰਿਆ, ਬਾਬਾ ਦੀਪ ਸਿੰਘ ਦਾ ਸਥਾਨ ਆਉਂਦਾ। ਕਹਿੰਦੇ ਇਹ ਵੀ ਹੋ ਸਕਦਾ ਵੀ ਗੁਰਬਾਣੀ ਦੀ ਵਿਚਾਰ ਧਾਰਾ ਪਿੱਛੇ ਕਿਤੇ ਤੈਨੂੰ ਆਪਣਾ ਸੀਸ ਵੀ ਕਟਵਾਉਣਾ ਪੈ ਜਾਏ, ਸੇਧ ਲੈ ਕੇ ਜਾਈ। ਹੋ ਸਕਦਾ ਹੈ ਵੀ ਆਪਣਾ ਸੀਸ ਵੀ ਕਟਵਾਉਣਾ ਪੈ ਜਾਏ। ਸਰੀਰ ਹੈ ਜਿਹੜਾ, ਇਹ ਸਰੀਰ ਤੈਨੂੰ ਧਰਮ ਦੇ ਲਈ ਲੇਖੇ ਲਾਣਾ ਪੈ ਜਾਏ। ਕਹਿੰਦੇ ਜੇ ਤੇ ਹੈ ਹਿੰਮਤ ਤੇ ਅੱਗੇ ਵਧ ਜਾਈ, ਨਹੀਂ ਦਰਵਾਜ਼ਾ ਅੱਗੇ ਇੱਕ ਹੈ, ਤੂੰ ਇੱਥੋਂ ਵੀ ਬਾਹਰ ਜਾ ਸਕਦਾ ਹੈ, ਇੱਥੋਂ ਵੀ ਬਾਹਰ ਜਾ ਸਕਦਾ ਹੈ। ਅੱਗੇ ਤੁਰਿਆ, ਅੱਗੇ ਜਾ ਕੇ ਅਕਾਲ ਤਖਤ ਸਾਹਿਬ ਹੈ। ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਸਾਹਿਬ ਆਵਾਜ਼ ਮਾਰ ਕੇ ਕਹਿੰਦਾ ਜੇ ਤੇ ਸਮੇਂ ਦੇ ਇਨਸਾਨੀਅਤ ਦੇ ਦੁਸ਼ਮਣ ਨੇ ਜਿਹੜੇ ਧੱਕੇਸ਼ਾਹੀ ਕਰਦੇ ਨੇ, ਲੋਕਾਂ ਨਾਲ ਧੱਕੇਸ਼ਾਹੀ ਕਰਦੇ ਨੇ, ਉਹਨਾਂ ਨਾਲ ਮੱਥਾ ਲਾਉਣ ਦੀ ਤਾਕਤ ਹੈ ਤੇ ਸੀਸ ਨਵਾ ਦੇਈ। ਜੇ ਸੱਚ ਨੂੰ ਜ਼ਿੰਦਗੀ 'ਚ ਕਮਾ ਸਕਦਾ ਤੇ ਸੀਸ ਨਵਾ ਦੇਈ। ਨਹੀਂ, ਅਕਾਲ ਤਖਤ ਸਾਹਿਬ ਦੇ ਕੋਲ ਵੀ ਇੱਕ ਦਰਵਾਜ਼ਾ ਹੈ। ਜੇ ਇਨਸਾਨੀ ਗੁਣਾਂ ਦੀ ਖਾਤਰ, ਧਰਮ ਦੀ ਖਾਤਰ ਲੜਨ ਦਾ, ਸਮੇਂ ਦੀਆਂ ਰਾਜਨੀਤਿਕ ਤਾਕਤਾਂ ਨੇ ਜਿਹੜੀਆਂ, ਉਹਨਾਂ ਤੋਂ ਡਰਦਾ, ਸੱਚ ਬੋਲਣ ਤੋਂ ਮੱਥਾ ਨਹੀਂ ਲਾ ਸਕਦਾ ਵੀ ਮਾਰ ਦੇਣਗੇ, ਮਾਰ ਦੇਣਗੇ। ਜੇ ਤੇਰੇ ਅੰਦਰ ਇਹ ਦ੍ਰਿੜਤਾ ਨਹੀਂ, ਮੱਥਾ ਲਾਉਣ ਦੀ ਹਿੰਮਤ ਨਹੀਂ, ਉੱਥੋਂ ਵੀ ਤੂੰ ਬਾਹਰ ਜਾ ਸਕਦਾ ਹੈ, ਉੱਥੋਂ ਵੀ। ਤੇ ਫਿਰ ਸਤਿਗੁਰੂ ਜੀ ਦੇ ਘਰ ਦੇ ਦਿਦਾਰੇ ਹੁੰਦੇ ਨੇ, ਫਿਰ ਦਰਸ਼ਨ ਦਿਦਾਰੇ ਨੇ। ਤੇ ਜਿਹੜਾ ਗੁਰਸਿੱਖ ਇਹਨਾਂ ਸਾਰੇ ਗੁਣਾਂ ਦੇ ਵਿੱਚੋਂ ਸੰਪੂਰਨ ਹੋ ਕੇ ਲੰਘ ਜਾਏ, ਉਹ ਗੁਰੂ ਦਾ ਰੂਪ ਹੋ ਜਾਂਦਾ ਹੈ, ਰੱਬ ਦਾ ਰੂਪ ਹੋ ਜਾਂਦਾ ਹੈ। ਉਹਦੇ ਗੁਣ ਰੱਬ ਵਰਗੇ ਬਣ ਜਾਂਦੇ ਨੇ। ਹੁਣ ਉਹ ਜਿਹੜਾ ਮਨੁੱਖ ਸੀ ਨਾ, ਉਹ ਤੁਰਿਆ ਗਿਆ, ਤੁਰਦਾ ਗਿਆ, ਇੱਕ ਇੱਕ ਚੀਜ਼ ਨੂੰ ਸਮਝਦਾ ਗਿਆ, ਸਮਝਦਾ ਗਿਆ, ਸਮਝਦਾ ਗਿਆ। ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀਸ ਨਵਾਇਆ, ਭਾਵਨਾ ਵਾਲਾ ਸੀ, ਸਤਿਗੁਰੂ ਜੀ ਨੇ ਕਿਰਪਾ ਰਹਿਮਤ ਕਰਤੀ। ਬਾਹਰ ਆਇਆ, ਪੁੱਛਦਾ ਵੀ ਇਹ ਕਿਹਦੀ ਯਾਦ 'ਚ ਬਣੇ ਆ। ਉਹਨੇ ਅੱਗੋਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਤਿਹਾਸ ਸੁਣਾਇਆ।
ਵੀ ਇੱਦਾਂ ਯਤੀਮ ਹੋ ਗਏ ਸੀ ਬਚਪਨ 'ਚ ਹੀ। ਨਾਨੀ ਨੇ ਸੰਭਾਲਿਆ ਸੀ, ਨਾਨੀ ਸੰਭਾਲਦੀ ਰਹੀ। ਸੰਭਾਲਦਿਆਂ ਇੱਕ ਦਿਨ ਇੱਦਾਂ ਦਾ ਵੀ ਆਇਆ ਜਿਸ ਦਿਨ ਉਹ ਭਾਈ ਜੇਠਾ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਬਣਿਆ। ਇੰਨਾ ਇਨਸਾਨੀਅਤ ਦੇ ਨਾਲ ਪਿਆਰ ਸੀ, ਲੋਕਾਂ ਦੇ ਨਾਲ ਪਿਆਰ ਸੀ। ਆ ਵੇਖੋ ਐਡਾ ਅਸਥਾਨ, ਇੰਨਾ ਸੋਹਣਾ ਪ੍ਰਬੰਧ ਸਿੱਖਾਂ ਨੂੰ ਬਣਾ ਕੇ ਦੇ ਦਿੱਤਾ। ਐਡਾ ਸੋਹਣਾ ਪ੍ਰਬੰਧ ਜਦੋਂ ਸੁਣੇ ਨਾ ਉਹਨੇ ਇਹ ਬਚਨ ਤੇ ਗੁਰੂ ਰਾਮਦਾਸ ਦੇ ਘਰ ਦਾ ਹੀ ਹੋ ਕੇ ਰਹਿ ਗਿਆ। ਇਤਿਹਾਸਕਾਰਾਂ ਨੇ ਨਾਂ ਲਿਖਿਆ ਭਗਤ ਪੂਰਨ ਸਿੰਘ। ਗੁਰੂ ਰਾਮਦਾਸ ਦੇ ਘਰ ਦਾ ਹੀ ਹੋ ਕੇ ਰਹਿ ਗਿਆ। ਵੇਖਿਆ ਗੁਰੂ ਰਾਮਦਾਸ ਦੇ ਘਰ ਦਾ ਪ੍ਰਬੰਧ, ਕਹਿੰਦਾ ਜੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਵਿੱਚ ਏਦਾਂ ਹੋ ਸਕਦਾ ਤੇ ਮੈਂ ਕਿਉਂ ਨਹੀਂ ਕਰ ਸਕਦਾ। ਆਹ ਸਿੱਖੀ ਜੀਵਨ। ਤੇ ਭਗਤ ਪੂਰਨ ਸਿੰਘ ਨੇ ਉਹਨਾਂ ਪੂਰਨਿਆਂ ਦੇ ਉੱਤੇ ਚੱਲਦਿਆਂ ਹੋਇਆ ਯਤੀਮਖਾਨਾ ਖੋਲਿਆ, ਪਿੰਗਲਵਾੜਾ ਖੋਲਿਆ, ਜਿਹਦੇ ਵਿੱਚ ਉਹਨਾਂ ਨੇ ਉਹ ਇਨਸਾਨਾਂ ਨੂੰ ਸੰਭਾਲਿਆ ਜਿਨ੍ਹਾਂ ਦੇ ਮਾਂ ਪਿਓ ਵੀ ਪਿੱਠ ਦੇ ਜਾਂਦੇ ਸਨ ਵੀ ਇਹ ਜਿਹੜਾ ਹੈ ਇਹਨੂੰ ਸੰਭਾਲਣਾ ਬੜਾ ਔਖਾ ਹੈ। ਲੱਤ ਹੈ ਨਹੀਂ, ਇਹਦੀ ਬਾਂਹ ਹੈ ਨਹੀਂ, ਇਹਦੇ ਸਰੀਰ ਉੱਤੇ ਰੋਗ ਹੈ, ਕਿੱਥੇ ਸੰਭਾਲਾਂਗੇ, ਬਿਮਾਰੀ ਲਵਾ ਲਵਾਂਗੇ ਇਹਦੇ ਕੋਲੋਂ। ਤੇ ਉਹਨੂੰ ਸੰਭਾਲਿਆ। ਪਰ ਹੋਇਆ ਤਾਂ ਜੇ ਭਗਤ ਪੂਰਨ ਸਿੰਘ ਨੇ ਇੱਕ ਸੁੱਚਾ ਪ੍ਰਬੰਧ ਗੁਰੂ ਰਾਮਦਾਸ ਜੀ ਦੇ ਘਰ ਦਾ ਦੇਖਿਆ ਸੀ। ਇਹ ਹੋਣੀ ਚਾਹੀਦੀ ਸੀ ਭਾਈ ਸਾਡੀ ਜੀਵਨ ਜਾਂਚ। ਸਾਨੂੰ ਦੱਸਣਾ ਨਾ ਪੈਂਦਾ ਵੀ ਸਿੱਖੀ ਕੀ ਹੈ, ਸਿੱਖੀ ਕੀ ਹੈ। ਮੈਂ ਕਈ ਵਾਰ ਇਹ ਬੇਨਤੀ ਕਰਦਾ ਹੁੰਦਾ, ਅੱਜ ਨਾ ਜਦੋਂ ਸਮਾਜ ਵਿੱਚ ਵਿਚਰੀਦਾ ਬੜਾ ਇਦਾਂ ਦਾ ਸਿਸਟਮ ਹੈ ਜੀ, ਇਹਨੂੰ ਰੱਦ ਕਰ ਦਿਓ, ਇਹਨੂੰ ਰੱਖ ਲਓ, ਇਹਨੂੰ ਨਾ ਸੁਣੋ, ਇਹਨੂੰ ਸੁਣੋ, ਇਹਨੂੰ ਪਾਸੇ ਕਰ ਦਿਓ, ਇਹਨੂੰ ਸਾਹਮਣੇ ਰੱਖੋ। ਤੇ ਮੈਂ ਇੱਕ ਕਹਿਣਾ ਹੁੰਦਾ, ਪਿਆਰੇ ਅਸੀਂ ਇਹ ਨਾ ਕਹੀਏ ਵੀ ਇਹਨੂੰ ਸੁਣ ਜਾਂ ਇਹਨੂੰ ਨਾ ਸੁਣ। ਸਾਡਾ ਇਹ ਹੋਣਾ ਚਾਹੀਦਾ ਇਹਨੂੰ ਸੁਣ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਖ ਕਸਵੱਟੀ ਤੇ ਲਾ ਲਈ। ਜੇ ਤੇ ਸੱਚ ਹੈ ਤੇ ਪ੍ਰਵਾਨ ਕਰ ਲਈ, ਨਹੀਂ ਤੇ ਐਦਾਂ ਦੇ ਨੂੰ ਹੱਥ ਜੋੜਦੀ, ਭਰਾਵਾ ਤੂੰ ਮੇਰਾ ਕੁਝ ਨਹੀਂ ਲੱਗਦਾ, ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਸਿਧਾਂਤ ਦਾ ਵਿਰੋਧੀ ਹੋ ਗਿਆ। ਹੱਥ ਜੋੜਦੀ। ਜੇ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਪਰਖ ਕਸਵੱਟੀ ਤੇ ਖਰਾ ਉਤਰਦਾ ਤੇ ਇਹ ਬੇਨਤੀ ਮੈਂ ਪਿਆਰਿਓ ਵਾਰ-ਵਾਰ ਕਰਦਾ, ਭਾਵੇਂ ਕੋਈ ਕਿੱਡਾ ਕਹਿੰਦਾ ਕਹਾਉਂਦਾ ਹੋਵੇ, ਜਿੱਡਾ ਮਰਜੀ ਨਾਮ ਉਹਨੇ ਸੰਸਾਰ 'ਚ ਕਮਾਇਆ ਹੋਵੇ, ਜੋ ਮਰਜੀ ਹੋਵੇ, ਪਰ ਜੇ ਉਹਦੀਆਂ ਬਣਾਈਆਂ ਮਨੌਤਾਂ, ਉਹਦੇ ਚਲਾਏ ਹੋਏ ਪਖੰਡ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਸਵੱਟੀ ਦੇ ਉੱਤੇ ਨਹੀਂ ਉਤਰਦੇ ਤੇ ਮੈਂ ਇਹਨਾਂ ਦੇ ਬੰਦੇ ਨੂੰ ਬੰਦਾ ਨਹੀਂ ਮੰਨਦਾ। ਲੋਕੀ ਭਾਵੇਂ ਜਿੱਡਾ ਮਰਜੀ ਵੱਡਾ ਮਹਾਂਪੁਰਖ ਕਹਿੰਦੇ ਹੋਣ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਸਿਧਾਂਤ ਤੇ ਖਰਾ ਨਹੀਂ ਉਤਰਦਾ ਫਿਰ ਨਹੀਂ ਲੱਗਦਾ ਸਾਡਾ ਕੁਝ, ਨਹੀਂ ਲੱਗਦਾ। ਪਿਆਰਿਓ, ਸਾਡਾ ਸਿਧਾਂਤ, ਸਾਡਾ ਸਿਸਟਮ ਇਦਾਂ ਦਾ ਹੋਣਾ ਚਾਹੀਦਾ ਸੀ। ਸਾਡੀ ਜ਼ਿੰਦਗੀ ਦੀ ਜਾਂਚ ਵੇਖ ਕੇ ਅਗਲਾ ਕਹਿੰਦਾ ਵੀ ਇਦਾਂ ਦੀ ਹੁੰਦੀ ਹੈ ਸਿੱਖੀ, ਮੈਂ ਇਦਾਂ ਦਾ ਸਿੱਖ ਬਣਨਾ ਹੈ। ਜਿਵੇਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਜੀਵਨ ਜਾਂਚ ਦੇਖ ਕੇ ਭਗਤ ਪੂਰਨ ਸਿੰਘ ਵਰਗਿਆਂ ਦਾ ਜੀਵਨ ਬਦਲ ਗਿਆ, ਜੀਵਨ ਬਦਲ ਗਿਆ। ਅੱਗੇ ਸਮਾਂ ਇਦਾਂ ਦਾ ਵੀ ਆਉਂਦਾ ਹੈ ਜਦੋਂ ਉਹ ਭਾਈ ਜੇਠਾ ਘੁੰਗਣੀਆਂ ਵੇਚਦਾ, ਨਾਨੀ ਬਣਾ ਦਿੰਦੀ ਹੈ, ਜਾਂਦੇ ਨੇ ਵੇਚ ਆਉਂਦੇ ਨੇ, ਜ਼ਿੰਦਗੀ ਦਾ ਨਿਰਵਾਹ ਕਰਦੇ ਨੇ, ਜਿੰਨਾ ਕੁ ਕਮਾਉਂਦੇ ਨੇ ਖਾ ਲੈਂਦੇ ਨੇ। ਇੱਕ ਦਿਨ ਇਦਾਂ ਦਾ ਵੀ ਆਇਆ, ਅੱਜ ਭਾਈ ਜੇਠਾ ਗਿਆ, ਜ਼ਿਆਦਾ ਸਮਾਂ ਨਹੀਂ ਹੋਇਆ, ਅੱਜ ਸਮੇਂ ਦੇ ਨਾਲ ਹੀ ਵਾਪਸ ਆ ਗਿਆ। ਤੇ ਨਾਨੀ ਪੁੱਛਦੀ ਹੈ, ਕਹਿੰਦੀ ਪੁੱਤ ਅੱਜ ਤੇ ਘੁੰਗਣੀਆਂ ਵੀ ਜ਼ਿਆਦੇ ਸੀ, ਅੱਜ ਟਾਈਮ ਨਾਲ ਹੀ ਵੇਚ ਕੇ ਆ ਗਏ, ਕੀ ਹੋਇਆ? ਟਾਈਮ ਨਾਲ ਹੀ ਵਾਪਸ ਆ ਗਿਆ ਤੇ ਖਾਲੀ ਇਹ ਸਾਰੀਆਂ ਵਿਕ ਗਈਆਂ। ਅੱਗੋਂ ਕਹਿੰਦੇ ਨਾਨੀ ਅੱਜ ਮੈਂ ਵੇਚ ਕੇ ਆਇਆ ਤੇ ਵੇਚ ਕੇ ਵੀ ਉਹ ਮੁੱਲ ਦੇ ਉੱਤੇ ਆਇਆ ਜਿਹੜਾ ਮੁੱਲ ਅੱਜ ਤੱਕ ਕਦੇ ਨਹੀਂ ਸੀ ਮਿਲਿਆ।
ਤੇ ਨਾਨੀ ਅੱਗੋਂ ਕਹਿੰਦੀ ਹੈ, ਕਹਿੰਦੀ ਪੁੱਤਰ ਚੰਗੇ ਮੁੱਲ ਦੇ ਉੱਤੇ ਵੇਚ ਕੇ ਆਇਆ ਤੇ ਲਿਆ ਕੀਮਤ, ਕੱਲ ਦੇ ਲਈ ਤਿਆਰੀ ਕਰੀਏ। ਤੇ ਅੱਗੋਂ ਕਹਿੰਦੇ ਨਾਨੀ ਜਿਹੜੀ ਕੀਮਤ ਅੱਜ ਮਿਲੀ ਉਹ ਪੈਸਿਆਂ ਦੇ ਰੂਪ ਵਿੱਚ ਨਹੀਂ ਮਿਲੀ। ਫਿਰ ਪੁੱਤ ਕਿਹੜੀ ਕੀਮਤ ਦੇ ਉੱਤੇ ਵੇਚ ਆਇਆ ਹੈ? ਕਿਹੜੀ ਕੀਮਤ ਉੱਤੇ ਵੇਚ ਆਇਆ? ਕਹਿੰਦੇ ਅੱਜ ਜਦੋਂ ਮੈਂ ਘੁੰਗਣੀਆਂ ਵੇਚਣ ਦੇ ਲਈ ਤੁਰਿਆ ਨਾ, ਕਹਿੰਦੇ ਮੈਂ ਰੋਜ਼ਾਨਾ ਸੌਂਦਾ ਸੀ, ਕਿਸੇ ਘਰ ਵਿੱਚੋਂ ਆਵਾਜ਼ ਆਉਂਦੀ ਹੈ, ਲਿਆ ਪੁੱਤ ਤੈਨੂੰ ਨਵਾ ਦਿਆਂ। ਮਾਂ ਪੁੱਤ ਗੱਲਾਂ ਕਰਦੇ ਨੇ। ਕਿਸੇ ਘਰ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਲਿਆ ਪੁੱਤ ਤੇਰਾ ਸਿਰ ਵਾਹ ਦਿਆਂ, ਤੈਨੂੰ ਕੱਪੜੇ ਪਾ ਦਿਆਂ, ਤਿਆਰ ਕਰਦੇ ਆ, ਤੈਨੂੰ ਰੋਟੀ ਖਵਾ ਦਿਆਂ। ਕਹਿੰਦਾ ਨਾਨੀ ਪਰ ਮੇਰੇ ਕੋਲ ਤੇ ਕੋਈ ਵੀ ਨਹੀਂ ਜਿਹੜਾ ਮੈਨੂੰ ਪੁੱਤ ਕਹਿ ਕੇ ਏਦਾਂ ਮੇਰੀ ਸੰਭਾਲ ਕਰਦਾ, ਕੋਈ ਵੀ ਨਹੀਂ। ਮੈਂ ਤੁਰਿਆ ਜਾ ਰਿਹਾ ਸੀ, ਕਹਿੰਦੇ ਮੇਰੇ ਕੰਨਾਂ ਵਿੱਚ ਆਵਾਜ਼ ਪਈ ਮਗਰੋਂ, ਪੁੱਤ ਰੁਕ ਜਾ, ਪੁੱਤ ਰੁਕ ਜਾ। ਕਹਿੰਦੇ ਮੈਂ ਤੁਰਿਆ ਗਿਆ ਵੀ ਮੈਨੂੰ ਪੁੱਤ ਕਿਹਨੇ ਕਹਿਣਾ, ਤੇਰਾ ਕਿਹੜਾ ਕੋਈ ਹੈਗਾ? ਨਾਨੀ ਹੈ, ਨਾਨੀ ਘਰ ਵਿੱਚ, ਤੈਨੂੰ ਕਿਹਨੇ ਪੁੱਤ ਕਹਿਣਾ? ਕਹਿੰਦੇ ਮੈਂ ਤੁਰਿਆ ਗਿਆ। ਕਹਿੰਦੇ ਆਵਾਜ਼ ਫਿਰ ਆਈ ਘੁੰਗਣੀਆਂ ਵਾਲੇ, ਪੁੱਤ ਰੁਕ ਜਾ। ਕਹਿੰਦੇ ਹੁਣ ਮੈਂ ਸਮਝ ਗਿਆ ਵੀ ਆਵਾਜ਼ ਮੈਨੂੰ ਵੱਜੀ ਹੈ, ਮੈਂ ਖੜ ਗਿਆ, ਖੜ ਗਿਆ। ਇੱਕ ਬਜ਼ੁਰਗ ਸਰੀਰ ਕਹਿੰਦਾ ਮੇਰੇ ਕੋਲ ਆਇਆ, ਉਹ ਆ ਕੇ ਕਹਿੰਦਾ ਪੁੱਤ ਭੁੱਖ ਲੱਗੀ ਹੈ, ਬੜੇ ਦਿਨਾਂ ਦਾ ਭੁੱਖਾ, ਥੋੜਾ ਜਿਹਾ ਛਕਣ ਦੇ ਲਈ ਦੇ ਦੇ। ਕਹਿੰਦੇ ਮੈਂ ਕਿਹਾ ਵੀ ਲਓ, ਲੈ ਲਓ। ਤੇ ਨਾਨੀ ਅੱਗੋਂ ਉਹ ਬਾਪੂ ਕਹਿੰਦਾ ਵੀ ਪੁੱਤ ਮੇਰੇ ਕੋਲੇ ਪੈਸਾ ਕੋਈ ਨਹੀਂ ਤੈਨੂੰ ਦੇਣ ਦੇ ਲਈ। ਨਿੱਕੀ ਜੀ ਉਮਰ ਦੇ ਵਿੱਚ ਤੂੰ ਘੁੰਗਣੀਆਂ ਵੇਚਣ ਦੇ ਲਈ ਤੁਰੇ, ਹਾਲਾਤ ਤੇਰੇ ਵੀ ਬਹੁਤੇ ਵਧੀਆ ਨਹੀਂ ਹੋਣੇ, ਪਰ ਮੇਰੇ ਕੋਲੇ ਪੈਸਾ ਕੋਈ ਨਹੀਂ ਦੇਣ ਦੇ ਲਈ। ਤੇ ਇਤਿਹਾਸਕਾਰਾਂ ਨੇ ਬਚਨ ਲਿਖੇ, ਕਹਿੰਦੇ ਬਾਪੂ ਜਿਹੜੀ ਕੀਮਤ ਅੱਜ ਤੂੰ ਮੈਨੂੰ ਦੇ ਦਿੱਤੀ ਨਾ, ਇਹ ਕੀਮਤ ਅੱਜ ਤੱਕ ਮਿਲੀ ਕਦੇ ਨਹੀਂ। ਭਾਈ ਜੇਠਾ ਬੁੱਕ ਭਰਦਾ, ਉਹਦੇ ਬੁੱਕ ਵਿੱਚ ਘੁੰਗਣੀਆਂ ਪਾ ਦਿੰਦਾ, ਉਹ ਛੱਕ ਲੈਂਦਾ, ਉਹ ਫਿਰ ਬੁੱਕ ਕਰਦਾ, ਬੁੱਕ ਭਰਦਾ, ਫਿਰ ਪਾ ਦਿੰਦਾ। ਜਦੋਂ ਏਦਾਂ ਵੇਖਿਆ ਆਲੇ ਦੁਆਲੇ ਹੋਰ ਵੀ ਜਿਹੜੇ ਬੱਚੇ ਸਨ, ਹੋਰ ਵੀ ਜਿਹੜੇ ਲੋਕ ਸੀ, ਉਹ ਵੀ ਆ ਗਏ। ਏਦਾਂ ਹੀ ਨਾ ਸਾਰੀਆਂ ਜਿਹੜੀਆਂ ਘੁੰਗਣੀਆਂ ਸੀ ਏਦਾਂ ਹੀ ਵਰਤਾਤੀਆਂ। ਤੇ ਬੱਚਾ ਗੱਲ ਕਹਿ ਕੇ ਨਾ ਨਾਨੀ ਦੇ ਚਿਹਰੇ ਵੱਲ ਦੇਖਦਾ, ਵੇਖਿਆ ਨਾਨੀ ਦੀਆਂ ਅੱਖਾਂ ਦੇ ਵਿੱਚ ਪਾਣੀ ਹੈ। ਅਹਿਸਾਸ ਹੋਇਆ, ਕਹਿੰਦਾ ਨਾਨੀ ਆਪਾਂ ਗਰੀਬ ਆ ਨਾ, ਆਪਾਂ ਕਿਸੇ ਨੂੰ ਕੁਝ ਦੇ ਨਹੀਂ ਨਾ ਸਕਦੇ, ਗਰੀਬ ਆ ਆਪਾਂ। ਕਹਿੰਦਾ ਮੈਂ ਉੱਥੇ ਭਾਵਨਾਵਾਂ ਦੇ ਵਹਿਣ ਵਿੱਚ ਬਹਿ ਤੁਰਿਆ, ਮੈਂ ਅੱਜ ਏਦਾਂ ਕਰ ਆਇਆ, ਅੱਗੇ ਤੂੰ ਨਹੀਂ ਹੁੰਦਾ। ਤੇ ਨਾਨੀ ਕਹਿੰਦੀ ਪੁੱਤ ਇਹ ਅੱਖਾਂ 'ਚ ਪਾਣੀ ਇਸ ਕਰਕੇ ਨਹੀਂ ਆਇਆ ਵੀ ਤੂੰ ਏਦਾਂ ਹੀ ਵਰਤਾ ਆਇਆ। ਕਹਿੰਦੀ ਮੈਂ ਤੇ ਉਸ ਕਰਤੇ ਨੂੰ ਸਵਾਲ ਦਿੰਦੀ ਹਾਂ ਵੀ ਜੇ ਦਿਲ ਰਾਜਿਆਂ ਵਰਗਾ ਦਿੱਤਾ ਸੀ ਤੇ ਕੰਗਾਲਾਂ ਦੇ ਘਰੇ ਜਨਮ ਕਿਉਂ ਹੋ ਗਿਆ, ਹੱਥੋਂ ਖਾਲੀ ਕਿਉਂ ਆ, ਇੰਨੀ ਗਰੀਬੀ ਦੇ ਵਿੱਚ ਕਿਉਂ ਜਨਮ ਦਿੱਤਾ? ਜੇ ਰਾਜਿਆਂ ਵਰਗਾ ਜੀਵਨ ਅੰਦਰੋਂ ਦਿੱਤਾ ਸੀ, ਦਿਲ ਰਾਜਿਆਂ ਵਰਗਾ ਸੀ, ਤੇ ਫਿਰ ਜਨਮ ਵੀ ਕਿਸੇ ਰਾਜੇ ਦੇ ਘਰੇ ਹੋਣਾ ਚਾਹੀਦਾ ਸੀ ਤੇਰਾ। ਸੀਨੇ ਨਾਲ ਲਾਇਆ, ਸੰਗਤ ਹੁੰਦੀ ਰਹੀ। ਹੁਣ ਬਾਸਰ ਕੇ ਪਿੰਡ ਵਿੱਚ ਰਹਿੰਦੇ ਸਨ, ਸੰਗਤ ਹੁੰਦੀ ਰਹੀ। ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਦੇ ਨਾਲ ਜੁੜ ਗਏ, ਇੰਨੀ ਕੁ ਸੇਵਾ ਕੀਤੀ, ਇੰਨੀ ਕੁ ਭਾਵਨਾ ਦੇ ਨਾਲ ਸੇਵਾ ਕੀਤੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਵੇਖਦੇ ਨੇ ਸੇਵਾ ਕਰਦੇ ਨੂੰ ਬੜੀ ਪ੍ਰਸੰਨਤਾ ਹੁੰਦੀ ਹੈ। ਤੇ ਲੋਕ ਜਿਹੜੇ ਨਾ ਗਰੀਬੀ ਨੂੰ ਵੇਖ ਕੇ ਸਵਾਲ ਕਰਿਆ ਕਰਦੇ ਸਨ, ਗਰੀਬੀ ਨੂੰ ਵੇਖ ਕੇ ਵੀ ਏਦਾਂ ਹੀ ਜ਼ਿੰਦਗੀ ਇਹਦੀ ਲੰਘ ਜਾਣੀ ਹੈ, ਇਹਦੇ ਨਾਲ ਨਾਤਾ ਕਿਹਨੇ ਜੋੜਨਾ, ਕਿਹੜਾ ਇਹਨੂੰ ਆਪਣੀ ਧੀ ਦਾ ਰਿਸ਼ਤਾ ਦੇਵੇਗਾ। ਜਿੱਦਣ ਗੁਰੂ ਕਿਰਪਾ ਕਰਦਾ ਹੈ ਨਾ, ਉਦੋਂ ਫਿਰ ਏਦਾਂ ਦੀ ਕਰਾਮਾਤ ਵਾਪਰਦੀ ਹੈ, ਜਿਹਦੇ ਲਈ ਲੋਕ ਸਵਾਲ ਕਰਦੇ ਸਨ ਵੀ ਇਹਨੂੰ ਧੀ ਦਾ ਰਿਸ਼ਤਾ ਕਿਹਨੇ ਦੇਣਾ। ਸੱਚ ਜਾਣਿਓ ਪਿਆਰਿਓ,
ਅੱਜ ਉਹਦੀ ਬਾਣੀ ਦੇ ਬਿਨਾਂ ਰਿਸ਼ਤਾ ਹੋ ਨਹੀਂ ਸਕਦਾ। ਹੋ ਸਕਦਾ ਹੈ ਕਿਸੇ ਦੇ ਆਨੰਦ ਕਾਰਜ ਦੇ ਉੱਤੇ ਰਾਗੀ ਸਿੰਘ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਇੱਕ ਸ਼ਬਦ ਵੀ ਨਾ ਪੜ੍ਹੇ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਇੱਕ ਸ਼ਲੋਕ ਵੀ ਨਾ ਪੜ੍ਹੇ, ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਦਾ ਇੱਕ ਸ਼ਬਦ ਵੀ ਨਾ ਪੜ੍ਹੇ, ਇੱਕ ਸ਼ਬਦ ਵੀ ਨਾ ਪੜ੍ਹੇ। ਪਰ ਜਿੰਨਾ ਚਿਰ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰੀਆਂ ਲਾਵਾਂ ਨਹੀਂ ਨਾ ਪੜ੍ਹੀਆਂ ਜਾਂਦੀਆਂ, ਉਨਾ ਚਿਰ ਆਨੰਦ ਕਾਰਜ ਸੰਪੂਰਨ ਨਹੀਂ ਮੰਨਿਆ ਜਾਂਦਾ। ਬੰਦਾ ਲੱਖਾਂ ਰੁਪਈਆ ਖਰਚ ਕਰਦੇ 4 ਦਿਨ ਡੀਜੇ ਲਾ ਲਾ ਕੇ ਨੱਚਦਾ ਰਹੇ, 36 ਪ੍ਰਕਾਰ ਦੇ ਭੋਜਨ ਪਦਾਰਥ ਬਣਾ ਲਏ ਤੇ ਆਨੰਦ ਕਾਰਜ ਕਰਵਾਈ ਨਾ। ਪਿਆਰਿਓ, ਮੰਨ ਲਓਗੇ ਵੀ ਵਿਆਹ ਹੋ ਗਿਆ। ਜਿੰਨਾ ਚਿਰ ਆਨੰਦ ਕਾਰਜ ਨਹੀਂ ਹੁੰਦਾ ਉਹਨਾਂ ਚਿਰ ਨਹੀਂ ਸਿੱਖੀ ਵਿੱਚ ਪ੍ਰਵਾਨ, ਸਿੱਖੀ ਵਿੱਚ ਨਹੀਂ ਪ੍ਰਵਾਨ। ਹਾਂ, ਕੋਈ ਸਿੱਖੀ ਤੋਂ ਬਾਗੀ ਹੋ ਕੇ ਕਰਦਾ ਤੇ ਕਰੀ ਜਾਵੇ, ਉਹਨੂੰ ਉਹਦੀ ਜ਼ਿੰਦਗੀ ਮੁਬਾਰਕ। ਪਰ ਇਦਾਂ ਦੇ ਬੰਦੇ ਨੂੰ ਮੈਂ ਇਹ ਗੱਲ ਵੀ ਕਹਿੰਦਾ, ਫਿਰ ਆਪਦੇ ਨਾਂ ਦੇ ਨਾਲ ਸਿੰਘ ਲਿਖਣੋਂ ਹਟ ਜਾਈ। ਇਹ ਸਾਰਿਆਂ ਨੂੰ ਨਹੀਂ ਦੇ ਕੇ ਗਏ ਗੁਰੂ ਸਾਹਿਬ ਕਿਤਾਬ, ਫਿਰ ਲਿਖਾਉਣੋਂ ਹਟ ਜਾਈ ਮੈਂ ਸਿੱਖ ਹਾਂ, ਜੇ ਸਿੱਖੀ ਦੇ ਸੰਸਕਾਰ ਤੇਰੀ ਜ਼ਿੰਦਗੀ 'ਚ ਨਹੀਂ ਆਏ। ਤੇ ਪਿਆਰਿਓ, ਇੱਕ ਬੇਨਤੀ ਮੈਂ ਹੋਰ ਕਰਦਿਆਂ, ਕਿਉਂਕਿ ਵਿਸ਼ਾ ਚੱਲਦਾ ਹੈ, ਇਹ ਗੱਲ ਧਿਆਨ ਵਿੱਚ ਰੱਖਿਓ। ਭਾਵੇਂ ਰਹਿਤ ਮਹਾਰਾਜ ਯਾਦਾ ਅਕਾਲ ਤਖਤ ਸਾਹਿਬ ਵਾਲੀ ਚੁੱਕ ਲਓ, ਭਾਵੇਂ ਕਿਸੇ ਸੰਪਰਦਾ ਦੀ ਚੁੱਕ ਲਓ, ਤੁਹਾਨੂੰ ਇਹ ਲਿਖਿਆ ਮਿਲ ਜਾਏਗਾ ਵੀ ਆਨੰਦ ਕਾਰਜ ਹੋ ਹੀ ਅੰਮ੍ਰਿਤ ਧਾਰੀ ਸਿੱਖ ਬੱਚੇ ਬੱਚੀ ਦਾ ਸਕਦਾ ਹੈ। ਗੁਰੂ ਸਾਹਿਬ ਦਾ ਮੂੰਹ ਨਾ ਚੜਾਉਣ ਆਇਆ ਕਰੋ ਇੱਥੇ। ਸਾਨੂੰ ਪਈਆਂ ਹੁੰਦੀਆਂ ਕਾਹਲੀਆਂ, ਤੇ ਫਿਰ ਰਿਸ਼ਤੇ ਨਿਭਦੇ ਵੀ ਇੰਨੇ ਕੀ ਨੇ, ਇੰਨੇ ਸਾਨੂੰ ਤੇ ਹੁੰਦੀ ਹੈ ਕਾਹਲੀ, ਕਿਉਂਕਿ ਪੈਲਸ ਵਿੱਚ ਜਿਹੜਾ ਉੱਥੇ ਹੁਣ ਇੰਨਾ ਉਹ ਰਾਖਸ਼ ਬਿਰਤੀ ਜਿਹੜੀ ਉੱਥੇ ਏਡੀ ਤਿਆਰ ਕੀਤੀ ਹੋਈ ਹੈ, ਉਹਦੇ ਬਿਨਾਂ ਰਿਹਾ ਨਹੀਂ ਨਾ ਜਾਂਦਾ। ਕਾਹਲੀਆਂ ਹੁੰਦੀਆਂ ਨੇ ਵੀ ਫਟਾਫਟ ਰਾਗੀ ਸਿੰਘ 4 ਲਾਵਾਂ ਪੜ੍ਹਨ, ਭਾਵੇਂ ਗਲਤ ਪੜ੍ਹਨ ਭਾਵੇਂ ਸਹੀ ਪੜ੍ਹਨ, ਕੋਈ ਅਰਥ ਨਹੀਂ। ਸਾਨੂੰ ਬਸ ਫਟਾਫਟ ਜਲਦੀ ਹੋਣਾ ਚਾਹੀਦਾ। ਉਹ ਭਾਵੇਂ ਔਖੇ ਹੋ ਕੇ ਤੇਜ਼ ਸਪੀਡ 'ਚ ਪੜ੍ਹਨ, ਔਖੇ ਹੋ ਕੇ ਫਟਾਫਟ। ਪਿਆਰਿਓ, ਜੇ ਗੁਰੂ ਨਾਨਕ ਦੀ ਬਾਣੀ ਨੂੰ ਅਸੀਂ ਪਿੱਠ ਦੇਵਾਂਗੇ, ਸਾਡੀ ਜ਼ਿੰਦਗੀ ਸਾਨੂੰ ਲੱਗਦਾ ਵੀ ਆਸਾਨ ਹੈ, ਪਰ ਸੱਚ ਜਾਣੋ, ਜਿੱਦਣ ਗੁਰੂ ਨਾਨਕ ਨੇ ਤੁਹਾਨੂੰ ਪਿੱਠ ਦੇਤੀ ਨਾ, ਉਦੋਂ ਢੋਈ ਨਹੀਂ ਮਿਲਦੀ ਕਿਤੇ। ਜਿੱਦਣ ਗੁਰੂ ਨਾਨਕ ਨੇ ਪਿੱਠ ਦੇਤੀ। ਸਤਿਗੁਰੂ ਜੀ ਦੀ ਬਾਣੀ ਦਾ ਸਤਿਕਾਰ ਕਰਿਆ ਕਰੋ ਭਾਈ, ਅਦਬ ਕਰਿਆ ਕਰੋ। ਇੱਕ ਹੋਵੇ ਗਰੀਬੜਾ ਜਿਹਾ ਪਰਿਵਾਰ, ਉਹ ਰੋਟੀ ਵੀ ਭਾਵੇਂ ਨਾ ਆਪਣੇ ਘਰ ਤਿਆਰ ਕਰ ਸਕੇ, ਉਹ ਵੀ ਕਿਸੇ ਤੋਂ ਮਦਦ ਲੈ ਕੇ ਆਏ ਗਿਆ ਨੂੰ ਛਕਾ ਦੇ, ਪਰ ਆਨੰਦ ਕਾਰਜ ਹੋ ਗਿਆ, ਵਿਆਹ ਸੰਪੂਰਨ ਮੰਨਿਆ ਜਾਏਗਾ, ਸੰਪੂਰਨ। ਤੇ ਇਹ ਉਸ ਦਾਤੇ ਦੀ ਬਾਣੀ ਹੈ ਜਿਹਨੂੰ ਲੋਕ ਕਹਿੰਦੇ ਸੀ ਵੀ ਇਹਦੀ ਹਾਲਤ ਵੇਖ ਕੇ ਇਹਨੂੰ ਧੀ ਕੌਣ ਦੇਗਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਉਹਦੀ ਸਿੱਖੀ ਦੇਖੀ, ਉਹਦੀ ਜ਼ਮੀਨ ਨਹੀਂ ਸੀ ਦੇਖੀ। ਆ ਬਚਨ ਨਾ ਬੜੀ ਗਹਿਰਾਈ ਵਾਲੇ ਨੇ। ਮੈਂ ਦੇਖਦਾ ਐਡੇ ਐਡੇ ਵਿਦਵਾਨ ਸਿੰਘ, ਇੰਨੇ ਪੜ੍ਹੇ ਲਿਖੇ, ਜਦੋਂ ਸਟੇਜ ਉੱਤੇ ਬਹਿੰਦੇ ਨੇ ਨਾ, ਫਿਰ ਗਿਆਨ ਜਦੋਂ ਆਏ ਉਹ ਘੁੱਟਦੇ ਨੇ ਵੀ ਘੱਟ ਗੱਲ ਕਰੀਏ ਤੇ ਗਿਆਨ ਡੁੱਲ ਕੇ ਪੈਂਦਾ ਉਹਨਾਂ ਦਾ, ਗਿਆਨ ਡੁੱਲ ਕੇ। ਕੀਰਤਨ ਕਰਨ ਬਹਿੰਦੇ ਨੇ, ਆਏ ਕਮਾਲ ਦੇ ਨਾਲ ਸੰਗਤ ਨੂੰ ਕੀਲਣੇ, ਤਬਲਾ ਵਜਾਉਂਦੇ ਨੇ, ਸੰਗਤ ਆਏ ਅੰਤਰ ਧਿਆਨ ਹੋ ਕੇ ਆਏ, ਫਿਰ ਝੂਮ ਕੇ ਉਹਨਾਂ ਨੂੰ ਸਰਵਣ ਕਰਦੀ ਹੈ। ਸਾਡੇ ਜੋ ਕੋਈ ਏਦਾਂ ਹੋਏਗਾ, ਕੋਈ ਪਰਿਵਾਰ, ਇਹ ਸਾਰੇ ਸਿੱਖਾਂ ਨੂੰ ਸਵਾਲ ਹੈ ਮੇਰਾ, ਮੈਂ ਲਾਈਵ ਗੱਲ ਕਰ ਰਿਹਾ ਵੀ ਪਿਆਰਿਓ, ਕੋਈ ਏਦਾਂ ਦਾ ਹੋਏਗਾ ਜਿਹੜਾ ਕਹੇ ਵੀ ਇਹ ਤਬਲਾ ਬੜਾ ਸੋਹਣਾ ਵਜਾਉਂਦਾ ਹੈ, ਲਿਆਓ ਮੈਂ ਆਪਣਾ ਰਿਸ਼ਤਾ ਇਹਦੇ ਨਾਲ ਜੋੜਦਾ। ਉਹ ਤੇ ਪਹਿਲਾਂ ਪੁੱਛਦੇ ਵੀ ਜ਼ਮੀਨ ਕਿੰਨੀ ਹੈ ਇਹਦੀ। ਵੇਖੀ ਅਸੀਂ ਸਿੱਖੀ ਗੱਲ, ਅਸੀਂ ਕਰਦੇ ਅਸੀਂ ਸਿੱਖ, ਅਸੀਂ ਸਿੱਖੀ ਨੂੰ ਕਮਾਇਆ। ਕਿਸੇ ਨੇ ਦੇਖਿਆ ਵੀ ਭਾਈ ਐਡੀ ਸੇਵਾ ਕਰ ਰਿਹਾ ਇਹ, ਇੰਨੇ ਸਾਡੇ ਨਗਰ ਦੇ ਜਿਹੜੇ ਸੀ ਵੀ ਪਤਾ ਨਹੀਂ ਕਿੱਥੇ ਕਿੱਥੇ ਉਲਝ ਜਾਣੇ ਸੀ, ਇਹਨੇ ਆ ਕੇ ਇਹਨੇ ਗੁਰਬਾਣੀ ਪੜ੍ਹਨ ਲਾਤੇ, ਗੁਰਬਾਣੀ ਗਾਉਣ ਲਾਤੇ, ਗੁਰਬਾਣੀ ਸੁਣਨ ਲੱਗ ਗਏ। ਵੀ ਕਹੀਏ ਆਪਣੇ ਕਿਸੇ ਰਿਸ਼ਤੇਦਾਰ ਨੂੰ ਵੀ ਭਾਈ ਇਹਦੀ ਵੀ ਬਾਂਹ, ਅਸੀਂ ਤੇ ਪਹਿਲਾਂ ਜ਼ਮੀਨ ਪੁੱਛਣੀ ਹੁੰਦੀ ਹੈ
ਜ਼ਮੀਨ। ਗੁਰੂ ਅਮਰਦਾਸ ਮਹਾਰਾਜ ਜੀ ਨੇ ਜ਼ਮੀਨ ਨਹੀਂ ਸੀ ਵੇਖੀ, ਸਤਿਗੁਰੂ ਜੀ ਨੇ ਇਹ ਵੇਖਿਆ ਸੀ ਵੀ ਭਾਈ ਜੇਠੇ ਦੇ ਪੱਲੇ ਬਾਣੀ ਕਿੰਨੀ ਹੈ, ਭਾਈ ਜੇਠੇ ਦੇ ਪੱਲੇ ਬਾਣੀ ਕਿੰਨੀ ਹੈ, ਭਾਈ ਜੇਠੇ ਦੇ ਕੋਲ ਗੁਰੂ ਘਰ ਦੀ ਸੇਵਾ ਕਿੰਨੀ ਹੈ। ਉਹਦੀ ਸੇਵਾ ਤੋਂ ਇੰਨਾ ਪ੍ਰਸੰਨ ਹੋਏ। ਸਤਿਗੁਰੂ ਜੀ ਦੀ ਧਰਮ ਪਤਨੀ ਕਹਿੰਦੀ ਹੈ, ਕਹਿੰਦੀ ਧੀ ਜਵਾਨ ਹੋ ਰਹੀ ਹੈ, ਕੋਈ ਰਿਸ਼ਤਾ ਲੱਭੀਏ। ਸਤਿਗੁਰੂ ਜੀ ਕਹਿੰਦੇ ਵੀ ਦੱਸੋ ਕਿੱਦਾਂ ਦਾ ਚਾਹੀਦਾ। ਕਹਿੰਦੀ ਉਹ ਜੋ ਨੌਜਵਾਨ ਫਿਰਦਾ ਉਹਦੇ ਵਰਗਾ ਚਾਹੀਦਾ। ਤੇ ਜੇ ਸਾਡੇ ਵਰਗੇ ਹੁੰਦੇ ਆਂਡੀਆਂ ਨੂੰ ਪੁੱਛ ਕੇ ਆਈਏ, ਗਵਾਂਢੀਆਂ ਨੂੰ ਪੁੱਛ ਕੇ ਆਈਏ, ਫਲਾਨਿਆਂ ਤੋਂ ਕਰ ਆਈਏ, ਉਹ ਤੋਂ ਪਤਾ ਕਰ ਲਈਏ। ਸਤਿਗੁਰੂ ਜੀ ਨੇ ਏਦਾਂ ਕੁਝ ਨਹੀਂ ਕੀਤਾ। ਕਹਿੰਦੇ ਉਹ ਚਾਹੀਦਾ ਉਹਦੇ ਵਰਗਾ। ਮਾਤਾ ਜੀ ਕਹਿੰਦੇ ਹਾਂਜੀ। ਕਹਿੰਦੇ ਫਿਰ ਉਹਦੇ ਵਰਗਾ ਉਹੀ ਹੈ, ਦੂਜਾ ਕੋਈ ਨਹੀਂ। ਆਪਣੀ ਧੀ ਦਾ ਰਿਸ਼ਤਾ ਦਿੱਤਾ, ਗੁਰੂ ਘਰ ਦੇ ਵਿੱਚ ਸੇਵਾ ਕਰਦੇ ਰਹੇ। ਬੌੜੀ ਸਾਹਿਬ ਦਾ ਨਿਰਮਾਣ ਹੋਇਆ। ਇਤਿਹਾਸ ਨੂੰ ਮੈਂ ਸੰਖੇਪ ਕਰਾਂ, ਬੌੜੀ ਸਾਹਿਬ ਦਾ ਨਿਰਮਾਣ ਹੋਇਆ। ਸਤਿਗੁਰੂ ਜੀ ਉਹ ਸੇਵਾ ਦੇ ਵਿੱਚ ਵੀ ਹਿੱਸਾ ਪਾਉਂਦੇ ਰਹੇ ਭਾਈ ਜੇਠਾ ਜੀ ਦੇ ਰੂਪ ਵਿੱਚ। ਤੇ ਇੱਕ ਦਿਨ ਉਹ ਵੀ ਆਇਆ ਜਿੱਦਣ ਜੋ ਅਵਸਥਾ ਸਤਿਗੁਰੂ ਜੀ ਨੇ ਬਿਆਨ ਕੀਤੀ ਹੈ ਵੀ ਕੱਚੋਂ ਕੰਚਨ ਭਇਓ, ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਲੋਹਿਓ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਨਕ ਤਰੈ ਗਿਆਨ, ਪਾਹਣ ਮਾਨਕ ਕਰੈ ਗਿਆਨ, ਗੁਰ ਕਹਿਓ ਵਿਚਾਰੈ। ਕਾਠੋਂ ਸ਼੍ਰੀ ਖੰਡ ਸਤਿਗੁਰੂ ਕੀਓ। ਕਹਿੰਦੇ ਉਹ ਗੁਰੂ ਤੇ ਲੱਕੜ ਨੂੰ ਪਾਰਸ ਵਰਗਾ, ਚੰਦਨ ਵਰਗੀ ਬਣਾ ਦਿੰਦਾ। ਆਮ ਲੋਹੇ ਨੂੰ ਦੁਨੀਆ ਵਿੱਚ ਪਾਰਸ ਹੈ ਜਿਹੜਾ ਉਹ ਸੋਨਾ ਤੇ ਕਰ ਸਕਦਾ ਹੈ, ਪਰ ਉਹ ਪਾਰਸ ਨਹੀਂ ਬਣਾ ਸਕਦਾ। ਪਰ ਗੁਰੂ ਏਦਾਂ ਦਾ ਪਾਰਸ ਹੈ ਜਿਹਨੇ ਆਮ ਸਧਾਰਨ ਜੀ ਜਿਹੜੀ ਜ਼ਿੰਦਗੀ ਸੀ ਉਹਨੂੰ ਪਾਰਸੀ ਬਣਾ ਦਿੱਤਾ, ਪਾਰਸੀ ਬਣਾ। ਤਾਂ ਸਤਿਗੁਰੂ ਜੀ ਕਹਿੰਦੇ ਨੇ ਵੀ ਬਲਿਹਾਰੀ ਆਪਣੇ ਦਿਓਗਾੜੀ ਸਤਿਵਾਰ। ਸਾਡੀ ਕਦੇ ਉਹ ਭਾਵਨਾ ਨਹੀਂ ਬਣੀ ਜਿਹੜੀ ਭਾਵਨਾ ਭਾਈ ਸੱਤਾ ਭਾਈ ਬਲਵੰਡ ਜੀ ਦੀ ਸੀ। ਸਾਡੀ ਉਹ ਭਾਵਨਾ ਨਹੀਂ ਬਣੀ ਜਿਹੜੀ ਭਾਵਨਾ ਭਾਈ ਜੇਠੇ ਦੇ ਅੰਦਰ ਸੀ। ਸਾਡੀ ਉਹ ਭਾਵਨਾ ਨਹੀਂ ਬਣੀ। ਮੈਂ ਪਿਆਰੇ ਵਾਰ-ਵਾਰ ਬੇਨਤੀ ਕਰਦਾ, ਮਤਾ ਆ ਮੇਰੇ ਸਰੀਰ ਤੇ ਪਾਇਆ ਕੱਪੜਾ ਵੇਖ ਕੇ ਭੁਲੇਖਾ ਖਾ ਜਾਇਓ ਵੀ ਇਹਦੇ ਚੋੜਾ ਪਾਇਆ ਇਹ ਧਰਮੀ ਹੋਏਗਾ, ਪਾਪੀਆਂ ਸੀ। ਸਾਡੇ ਅੰਦਰ ਦੀ ਹਾਲਤ ਅਸੀਂ ਜਾਣਦੇ ਹਾਂ। ਤੁਹਾਡੇ ਲਈ ਬਾਹਰੋਂ ਬਸ ਦਿਖਦਾ ਵੀ ਜਦੋਂ ਆਉਂਦਾ ਝੁਕ ਕੇ ਬਸ ਠੀਕ ਹੈ, ਠੀਕ ਹੈ। ਆਪਣੇ ਗੁਨਾਹਾਂ ਨੂੰ ਲੁਕਾਉਣ ਦੇ ਲਈ ਆ ਧਰਮ ਦਾ ਬਾਣਾ ਪਾ ਲੈਣਾ ਬੜਾ ਸੌਖਾ ਹੈ, ਪਰ ਧਰਮੀ ਬਣਨਾ ਇਹ ਜੀਵਨ ਜਾਂਚ ਗੁਰੂ ਰਾਮਦਾਸ ਮਹਾਰਾਜ ਜੀ ਤੋਂ ਮਿਲੇਗੀ। ਜਿਸ ਦਿਨ ਗੁਰਤਾ ਗੱਦੀ ਦੇ ਉੱਤੇ ਬੈਠੇ ਤੇ ਮੇਰੇ ਅਰਗੇ ਨੂੰ 4 ਛਿਲਣ ਪ੍ਰਾਪਤ ਹੋ ਜਾਣ, ਸਾਰੀ ਜ਼ਿੰਦਗੀ ਹੰਕਾਰਿਆ ਕਰਦਾ। ਮੈਂ ਜਦੋਂ ਨਿੱਕਾ ਹੁੰਦਾ ਸੀ ਸਾਈਕਲ ਤੇ ਜਾਂਦਾ ਸੀ, ਵੇਖੋ ਮੈਂ ਮਿਹਨਤਾਂ ਕੀਤੀਆਂ, ਐਡਾ ਬਣ ਗਿਆ। ਅੱਜ ਮੇਰੇ ਘਰ 'ਚ 2 ਗੱਡੀਆਂ ਨੇ, ਮੈਂ ਇੰਨੀ ਮਿਹਨਤ ਕਮਾਈ ਹੈ। ਤੇ ਸਤਿਗੁਰੂ ਜੀ ਕਹਿੰਦੇ, ਗੁਰੂ ਅਮਰਦਾਸ ਜੀ ਕਹਿੰਦੇ ਵੀ ਭਾਈ ਕੋਈ ਮਨ ਦੀ ਗੱਲ ਹੋਵੇ ਦੱਸੋ। ਤੁਸੀਂ ਅੱਜ ਗੁਰਤਾ ਗੱਦੀ ਦੇ ਉੱਤੇ ਬੈਠੇ ਹੋ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਕਹਿੰਦੇ ਸਿੱਖਾਂ ਦੀ ਤੇ ਗੱਲ ਛੱਡੋ, ਸੰਗਤ ਦਾ ਭਾਵ ਜਿਹੜੇ ਸਿੱਖ ਨਹੀਂ ਵੀ ਸਨ ਉਹ ਵੀ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਉਹ ਅਕਾਲ ਪੁਰਖ ਮਾਲਕ ਪ੍ਰਮਾਤਮਾ ਤੁਹਾਡੇ ਚਰਨਾਂ 'ਚ ਝੁਕ ਗਿਆ, ਉਹਨੀਆਂ ਵੀ ਨਮਸਕਾਰਾਂ ਕੀਤੀਆਂ। ਕਹਿਣ ਦਾ ਭਾਵ ਸਾਰੀ ਖਲਕਤ ਤੁਹਾਡੇ ਚਰਨਾਂ ਦੇ ਅੱਗੇ ਝੁਕੀ ਹੈ। ਕੋਈ ਮਨ ਦਾ ਬਚਨ ਹੋਵੇ ਤੇ ਸਾਂਝਾ ਕਰੋ। ਨੇਤਰ ਬੰਦ ਕੀਤੇ, ਸਾਰੀ ਜ਼ਿੰਦਗੀ ਦੀ ਰੀਲ ਅੱਖਾਂ ਦੇ ਸਾਹਮਣੇ ਘੁੰਮਦੀ ਹੈ, ਸਾਰੀ ਘੁੰਮਦੀ ਹੈ। ਤੇ ਬਚਨ ਉਚਾਰਿਆ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਲਾਹੌਰ ਦੀਆਂ ਗਲੀਆਂ ਦੇ ਵਿੱਚ ਰੁਲਦਾ ਫਿਰਦਾ ਸੀ। ਯਤੀਮ ਸੀ ਨਾ, ਕਿਸੇ ਨੇ ਬਾਹ ਨਹੀਂ ਸੀ ਫੜੀ, ਕਿਸੇ ਨੇ ਬਾਹ ਨਹੀਂ ਸੀ ਫੜੀ। ਦਾਤਿਆ ਤੇਰੀ ਕਿਰਪਾ ਹੋ ਗਈ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ।
ਆ ਕਿਰਮਾ ਵਰਗੀ ਮੇਰੀ ਜ਼ਿੰਦਗੀ ਸੀ, ਤੂੰ ਕਿਰਪਾ ਰਹਿਮਤ ਕਰ ਦਿੱਤੀ, ਆਪਣਾ ਰੂਪ ਬਣਾ ਲਿਆ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਕਹਿੰਦੇ ਧੰਨਤਾ ਦੇ ਜੋਗ ਹੈ ਦਾਤਿਆ, ਤੇਰੇ ਨਾਲ ਮੈਂ ਜੁੜਿਆ ਤੇ ਜ਼ਿੰਦਗੀ ਦੇ ਸਾਰੇ ਦੁਖੜੇ ਮਿਟ ਗਏ, ਸਾਰੇ ਦੁਖੜੇ। ਜ਼ਿੰਦਗੀ ਦੇ ਵਿੱਚ ਇਹ ਸਮਝ ਲੈ ਕੇ ਜਾਇਓ। ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਮੈਂ ਮਾਫੀ ਚਾਹੁੰਦਾ ਪਿਆਰਿਓ, ਸਮਾਂ ਸ਼ਾਇਦ ਮੈਂ ਵਧੇਕ ਲੈ ਗਿਆ। ਸਤਿਗੁਰੂ ਜੀ ਦੀ ਜ਼ਿੰਦਗੀ ਨੂੰ ਸੁਣਾਇਆ ਮੇਰੇ ਮਨ ਦੀ ਭਾਵਨਾ ਸੀ ਸੰਗਤ ਦੇ ਨਾਲ ਮੈਂ ਵਿਚਾਰ ਕਰਾਂ। ਮੈਂ ਬਹੁਤ ਧੰਨਵਾਦ ਕਰਦਾ ਸਾਡੇ ਗਿਆਨੀ ਜੀ ਦਾ, ਜਿਨ੍ਹਾਂ ਨੇ ਮੈਨੂੰ ਸਮਾਂ ਦਿੱਤਾ, ਮੇਰੀ ਭਾਵਨਾ ਨੂੰ ਉਹਨਾਂ ਨੇ ਚਲੋ ਮੁੱਖ ਰੱਖਿਆ। ਮੈਂ ਬੇਨਤੀ ਕੀਤੀ, ਬੇਨਤੀ ਨੂੰ ਪ੍ਰਵਾਨ ਕੀਤਾ ਉਹਨਾਂ ਨੇ। ਸੰਗਤ ਦਾ ਵੀ ਪਿਆਰਿਓ ਬਹੁਤ ਬਹੁਤ ਧੰਨਵਾਦ, ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਸੋ ਪਾਵਨ ਬਾਣੀ ਜਿਸ ਨੂੰ ਅਸੀਂ ਵਿਚਾਰ ਰਹੇ ਹਾਂ, ਆਓ ਉਸ ਬਾਣੀ ਦਾ ਜੋ ਪਦਾ ਆਪਾਂ ਆਰੰਭ ਕੀਤਾ ਸੀ, ਇਸ ਪਦੇ ਦੀ ਵਿਚਾਰ ਨੂੰ ਸਰਵਣ ਕਰਨਾ ਕਰੀਏ ਜੀ। ਵਾਹਿਗੁਰੂ ਸਾਹਿਬ ਜੀ, ਬ੍ਰਹਮ ਗਿਆਨੀ ਸਗਲ ਕੀ ਰੀਨਾ। ਸਤਿਗੁਰੂ ਜੀ ਕਹਿੰਦੇ ਜਿਸ ਸ਼ਖਸੀਅਤ ਨੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕਰ ਲਿਆ ਹੈ, ਉਹ ਜੋ ਸ਼ਖਸੀਅਤ ਹੈ ਸਗਲ ਕੀ ਰੀਨਾ, ਜਿਵੇਂ ਮਿੱਟੀ ਹੈ, ਧੂੜ ਹੈ, ਜਿਵੇਂ ਧੂੜ ਦੇ ਉੱਤੋਂ ਦੀ ਕੋਈ ਵੀ ਲੰਘ ਜਾਏ, ਧੂੜ ਹੈ ਜਿਹੜੀ ਉਹ ਗੁੱਸਾ ਨਹੀਂ ਕਰਦੀ, ਭੂਮੀ ਹੈ ਜਿਹੜੀ ਉਹਨੂੰ ਗੁੱਸਾ ਨਹੀਂ ਕਰਦੀ। ਐਸੇ ਹੋ ਜਾਂਦੇ ਨੇ ਉਹ ਸੰਤ ਜਨ ਜਿਨ੍ਹਾਂ ਨੇ ਉਸ ਰੱਬ ਨੂੰ ਸਮਝ ਲਿਆ, ਕਰਤੇ ਪੁਰਖ ਮਾਲਕ ਨੂੰ ਸਮਝ ਲਿਆ, ਬ੍ਰਹਮ ਨੂੰ, ਜਿਨ੍ਹਾਂ ਨੇ ਬ੍ਰਹਮ ਗਿਆਨੀ ਦਾ ਅਰਥ ਜਿਨ੍ਹਾਂ ਨੇ ਬ੍ਰਹਮ ਦਾ ਗਿਆਨ ਪ੍ਰਾਪਤ ਕਰ ਲਿਆ, ਉਹ ਸਗਲ ਕੀ ਰੀਨਾ, ਉਹ ਸਾਰਿਆਂ ਦੀ ਚਰਨ ਧੂੜੀ ਬਣ ਜਾਂਦੇ ਨੇ, ਨਿਮਰਤਾ ਦੇ ਘਰ ਵਿੱਚ ਰਹਿੰਦੇ ਹਨ। ਆਤਮ ਰਸ ਬ੍ਰਹਮ ਗਿਆਨੀ ਚੀਨਾ। ਇਹ ਰਸ ਹੈ ਜਿਹੜਾ ਉਹਨਾਂ ਨੂੰ ਆਪਣੇ ਅੰਦਰੋਂ ਪ੍ਰਾਪਤ ਹੁੰਦਾ ਹੈ, ਆਪਣੇ ਅੰਦਰੋਂ ਇਕਮਿਕ ਹੋ ਜਾਂਦੇ ਨੇ, ਆਤਮ ਰਸ ਨੂੰ ਮਾਣਦੇ ਹਨ ਉਹ ਗੁਰਮੁਖ ਜਨ। ਬ੍ਰਹਮ ਗਿਆਨੀ ਕੀ ਸਭ ਉਪਰ ਮਇਆ। ਉਹ ਬ੍ਰਹਮ ਗਿਆਨੀ ਏਦਾਂ ਦੇ ਗੁਰਮੁਖ ਜਨ ਨੇ ਜਿਹੜੇ ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਵੀ ਆਹ ਮੇਰਾ ਮਿੱਤਰ ਹੈ ਤੇ ਆਹ ਮੇਰਾ ਦੁਸ਼ਮਣ ਹੈ। ਉਹ ਸਾਰਿਆਂ ਦੇ ਉੱਪਰ ਇੱਕੋ ਜਿਹੀ ਕਿਰਪਾ ਰਹਿਮਤ ਬਣਾ ਕੇ ਰੱਖਦੇ ਨੇ, ਸਾਰਿਆਂ ਦੇ ਲਈ ਇੱਕੋ ਜਿਹੇ ਨੇ, ਇੱਕੋ ਸਮਾਨ ਨੇ, ਸਭ ਉੱਪਰ ਸਾਰਿਆਂ ਦੇ ਲਈ ਉਹਨਾਂ ਦੀ ਜ਼ਿੰਦਗੀ ਇੱਕੋ ਜਿਹੀ ਹੈ ਜੀ। ਬ੍ਰਹਮ ਗਿਆਨੀ ਕੀ ਕਛ ਬੁਰਾ ਨ ਭਇਆ। ਉਹਨਾਂ ਦੀ ਜ਼ਿੰਦਗੀ ਏਦਾਂ ਦੀ ਬਣ ਜਾਂਦੀ ਹੈ, ਚਾਹ ਕੇ ਵੀ ਕਿਸੇ ਦਾ ਬੁਰਾ ਕਰ ਹੀ ਨਹੀਂ ਸਕਦੇ, ਚਾਹ ਕੇ ਵੀ, ਭਾਵੇਂ ਦੁਸ਼ਮਣ ਆ ਜਾਏ ਭਾਵੇਂ ਆ ਜਾਏ ਮਿੱਤਰ। ਕਮਾਲ ਦੀ ਜ਼ਿੰਦਗੀ ਨਹੀਂ ਭਾਈ ਕਨ੍ਹਈਆ ਜੀ ਦੀ। ਉਹ ਕਹਿੰਦਾ ਪਾਣੀ, ਆਵਾਜ਼ ਸੁਣੀ, ਗਏ ਉਸ ਪਾਸੇ ਨੂੰ, ਵੇਖਿਆ ਨਹੀਂ ਵੀ ਕੌਣ ਹੈ, ਪਿਆਸਾ, ਕਹਿੰਦੇ ਲੈ ਭਾਈ ਪਾਣੀ ਪੀ, ਸੰਭਲ ਪਾਣੀ ਪੀ, ਪਾਣੀ ਪਿਆ ਰਹੇ ਨੇ। ਏਦਾਂ ਦੀ ਜ਼ਿੰਦਗੀ ਬਣ ਜਾਂਦੀ ਹੈ। ਸਤਿਗੁਰੂ ਜੀ ਸਮਝਾ ਰਹੇ ਨੇ, ਕਹਿੰਦੇ ਭਾਈ ਬ੍ਰਹਮ ਗਿਆਨ ਜਿਹਨੇ ਰੱਬ ਨੂੰ ਸਮਝ ਲਿਆ, ਜਿਹਨੂੰ ਕੱਲੇ ਕੱਲੇ ਦੇ ਵਿੱਚ ਰੱਬ ਦਿਖਦਾ ਹੈ, ਉਹ ਫਿਰ ਕਿਸੇ ਦਾ ਨੁਕਸਾਨ ਕਰਨ ਦੇ ਲਈ ਨਹੀਂ ਤੁਰਦਾ। ਬ੍ਰਹਮ ਗਿਆਨੀ ਸਦਾ ਸਮਦਰਸੀ। ਸਾਰਿਆਂ ਦੇ ਲਈ ਇੱਕੋ ਜੀ ਸਮਾਨ ਦ੍ਰਿਸ਼ਟੀ ਰੱਖਦੇ ਹਨ ਐਸੇ ਗੁਰਮੁਖ ਜਨ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚੋਂ ਹੀ ਅੰਮ੍ਰਿਤ ਬਰਸਦਾ ਹੈ। ਜਿੱਧਰ ਨੂੰ ਦੇਖਦਾ ਹੈ ਗੁਰਮੁਖ ਜਨ, ਗੁਰਮੁਖ ਦਾ ਦੇਖਿਆ ਪ੍ਰਵਾਨ ਹੈ। ਜਿਹੜਾ ਉਹਦੀ ਮਿਹਰ ਦੀ ਨਜ਼ਰ ਦੇ ਵਿੱਚ ਆ ਗਿਆ ਨਾ, ਉਹਨੂੰ ਭਾਈ ਮਿਹਨਤਾਂ ਨਹੀਂ ਕਰਨੀਆਂ ਪੈਂਦੀਆਂ, ਉਹ ਉਹਦੀ ਅੰਮ੍ਰਿਤ ਦ੍ਰਿਸ਼ਟੀ ਸਦਕਾ ਹੀ ਆਪਣੀ ਜ਼ਿੰਦਗੀ ਨੂੰ ਸਵਾਰ ਲੈਂਦਾ। ਗੱਲ ਨੂੰ ਖੋਲ੍ਹਣਾ ਹੋਵੇ ਤੇ ਸਮਾਂ ਲੱਗ ਜਾਏਗਾ। ਬਸ ਇੰਨਾ ਸਮਝ ਲਿਓ ਵੀ ਗੁਰੂ ਦੀ ਨਜ਼ਰ, ਗੁਰੂ ਨਾਲ ਜੁੜੇ ਗੁਰਮੁਖ ਪਿਆਰੇ ਦੀ ਨਜ਼ਰ ਵੀ ਜਿਹਦੇ ਉੱਤੇ ਪੈ ਜਾਂਦੀ ਹੈ, ਸੁੱਕੇ ਹਰੇ ਕੀਏ ਖਿਨ ਮਾਹੇ, ਅੰਦਰੋਂ ਸੁੱਕਾ ਹੋਵੇ ਬੰਦਾ, ਸੁੱਕੀਆਂ ਟਾਹਣੀਆਂ ਵਰਗਾ ਹੋ ਗਿਆ। ਜਦੋਂ ਮਿਹਰ ਦੀ ਨਜ਼ਰ ਨੂੰ ਪ੍ਰਾਪਤ ਕਰਦਾ ਹੈ, ਹਰਿਆਲੀ ਆ ਜਾਂਦੀ ਹੈ, ਰੱਬ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਉਹ ਵੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਕਿਸੇ ਪ੍ਰਕਾਰ ਦਾ ਕੋਈ ਆਤਮਿਕ ਬੰਧਨ, ਦੁੱਖ ਸੁੱਖ ਦਾ ਬੰਧਨ ਉਸ ਰੱਬ ਦੇ ਭਗਤ ਪਿਆਰੇ ਨੂੰ ਨਹੀਂ ਰਹਿੰਦਾ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਉਹਦੀ ਜ਼ਿੰਦਗੀ ਜਿਉਣ ਦਾ ਤਰੀਕਾ ਬੜਾ ਉੱਤਮ ਹੈ, ਨਿਰਮਲ ਹੈ, ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਮੈਲ ਨਹੀਂ ਹੁੰਦੀ। ਬ੍ਰਹਮ ਗਿਆਨੀ ਕਾ ਭੋਜਨ ਗਿਆਨ। ਸਤਿਗੁਰੂ ਜੀ ਸਮਝਾ ਰਹੇ ਨੇ, ਐਸਾ
ਜੋ ਸ਼ਖਸੀਅਤ ਹੈ ਉਹ ਉਹੀ ਬਣਦੀ ਹੈ ਜਿਹੜੀ ਗਿਆਨ ਨੂੰ ਆਪਣਾ ਭੋਜਨ ਬਣਾਉਂਦੀ ਹੈ, ਗਿਆਨ ਨੂੰ ਸਮਝ ਦੇ ਵਿੱਚ ਲੈ ਕੇ ਆਉਂਦੀ ਹੈ। ਜਿਵੇਂ ਆਪਾਂ ਆਰੰਭ ਵਿੱਚ ਗੱਲ ਕੀਤੀ ਸੀ, ਜਿਵੇਂ ਹੁਣ ਚੋਰ ਹੈ, ਚੋਰ ਨੂੰ ਵੀ ਚੋਰੀ ਕਰਨ ਦਾ ਗਿਆਨ ਹੀ ਹੈ, ਠੱਗ ਨੂੰ ਵੀ ਠੱਗੀ ਮਾਰਨ ਦਾ ਗਿਆਨ ਹੀ ਹੈ। ਪਰ ਬ੍ਰਹਮ ਗਿਆਨੀ ਜੋ ਬਣਦੇ ਨੇ ਉਹ ਬੁੱਧ, ਜਿਹੜੀ ਬੁੱਧ ਵਰਤਦੇ ਨੇ, ਉਹ ਬੁੱਧੀ ਦੇ ਨਾਲ ਉਹ ਫੈਸਲਾ ਕਰਦੇ ਨੇ ਵੀ ਕਿਹੜਾ ਗਿਆਨ ਹੈ ਜਿਹੜਾ ਮੇਰੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ, ਕਿਹੜਾ ਗਿਆਨ ਹੈ ਮੇਰੀ ਜ਼ਿੰਦਗੀ ਨੂੰ ਜੋ ਖਰਾਬ ਕਰ ਸਕਦਾ ਹੈ। ਉਹ ਜੋ ਖਰਾਬ ਕਰਨ ਵਾਲਾ ਹੈ ਉਹਨੂੰ ਪਾਸੇ ਕੱਢ ਦਿੰਦੇ ਨੇ, ਤੇ ਜੋ ਜ਼ਿੰਦਗੀ ਨੂੰ ਸਵਾਰ ਸਕਦਾ ਹੈ ਉਹ ਗੁਣਾਂ ਨੂੰ ਆਪਣੇ ਅੰਦਰ ਲੈ ਆਉਂਦੇ ਹਨ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਕਿਉਂਕਿ ਐਸੇ ਜੋ ਗੁਰਮੁਖ ਜਨ ਨੇ, ਐਸੀਆਂ ਰੱਬੀ ਰੂਹਾਂ, ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਉਹ ਕਰਤਾ ਪੁਰਖ ਮਾਲਕ ਪਰਮਾਤਮਾ ਹੈ ਜਿਹੜਾ, ਉਹ ਕਰਤਾ ਪੁਰਖ ਮਾਲਕ ਪਰਮਾਤਮਾ ਉਹਨਾਂ ਦੇ ਧਿਆਨ ਵਿੱਚ ਹੁੰਦਾ ਹੈ। ਉਸ ਇੱਕ ਤੋਂ ਬਿਨਾਂ ਉਹ ਕਿਸੇ ਦੂਸਰੇ ਨੂੰ ਧਿਆਨ ਵਿੱਚ ਨਹੀਂ ਲੈ ਕੇ ਆਉਂਦੇ। ਸੋ ਭਾਈ ਐਸੀ ਬਿਰਤੀ ਸਾਡੀ ਬਣੇ, ਐਸੀ ਦ੍ਰਿਸ਼ਟੀ ਸਾਡੀ ਬਣੇ, ਇੱਕ ਕਰਤੇ ਪੁਰਖ ਮਾਲਕ ਪਰਮਾਤਮਾ ਨਾਲ ਸਾਡੀ ਸਾਂਝ ਬਣੇ। ਸਮੂਹੀ ਸਾਧ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ। ਸਤਿਗੁਰੂ ਜੀ ਭਾਈ ਕਿਰਪਾ ਰਹਿਮਤ ਕਰਨ, ਉਦਾਂ ਦੀ ਜੀਵਨ ਜਾਂਚ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਮਾ ਲਈਏ, ਉਵੇਂ ਦੀ ਜ਼ਿੰਦਗੀ ਸਾਡੀ ਬਣ ਜਾਏ। ਅਰਦਾਸ ਕਰਿਆ ਕਰੀਏ ਵੀ ਸਤਿਗੁਰੂ ਜੀ, ਬੇਨਤੀ ਅਸੀਂ ਰੋਜ਼ਾਨਾ ਹੀ ਕਰਦੇ ਹਾਂ ਵੀ ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਮਾਇਆ ਮੋਹ ਧਰਮ ਪਹਿ ਭੂਲੇ, ਸੁਤਦਾ ਰਸ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਜੇ ਚਾਹੁੰਦੇ ਆ ਵੀ ਜ਼ਿੰਦਗੀ ਦੇ ਵਿੱਚ ਦਰਸ਼ਨ ਦਿਦਾਰੇ ਕਰੀਏ ਰੱਬ ਦੇ, ਹੋਈਏ ਹਿਕਮਿਕ, ਤੇ ਫਿਰ ਭੱਟ ਬਲ ਜੀ ਕਹਿੰਦੇ ਨੇ, ਕਹਿੰਦੇ ਇਦੋਂ ਵਧੀਆ ਟਿਕਾਣਾ ਕੋਈ ਨਹੀਂ ਮਿਲਣਾ, ਕਹਿੰਦੇ ਇਦੋਂ ਵਧੀਆ ਟਿਕਾਣਾ ਕੋਈ ਨਹੀਂ ਹੋ ਸਕਦਾ। ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਧਨ ਧਨ। ਜਦੋਂ ਕਹਿੰਦੇ ਧਨ ਤਾਂ ਧਨ ਧਨ ਕਹੀ ਵਡਿਆਈ ਕੀਤੀ ਤੇ ਪ੍ਰਾਪਤੀ ਹੋਏਗੀ, ਕੀ ਹੋਏਗੀ? ਕਹਿੰਦੇ ਜੇ ਸਤਿਗੁਰ ਲਗ ਪ੍ਰਭ ਪਾਈਐ, ਸਿੱਧਾ ਤੇਰਾ ਮਿਲਾਪ ਕਰਤੇ ਪੁਰਖ ਨਾਲ। ਜਿਹੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਕਹਿੰਦੇ ਉਹ ਅਕਾਲ ਪੁਰਖ ਮਾਲਕ ਪਰਮਾਤਮਾ ਧਿਆਨ ਵਿੱਚ ਆ ਜਾਏ, ਐਦਾਂ ਦੀ ਸ਼ਖਸੀਅਤ ਨਾਲ ਜੁੜੀ। ਜਿਹੜਾ ਆਪਣੇ ਨਾਲ ਹੀ ਜੋੜੀ ਜਾਂਦਾ ਉਹਨੂੰ ਛੱਡ ਦੇਈ, ਛੱਡ ਦੇਈ। ਬੜੇ ਨੇ ਪਿਆਰੇ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਇੱਥੇ ਜਿਹੜਾ ਆਪਣਾ ਆਪਣਾ ਢੋਲ ਵਜਾ ਕੇ ਆਪਣੇ ਨਾਲ ਜੋੜਨਾ ਚਾਹੁੰਦਾ ਹੈ, ਆਪਣੇ ਨਾਲ। ਤੇ ਦੁਨੀਆ ਨੂੰ ਵੀ ਇੱਦਾਂ ਦੇ ਲੋਕ ਚੰਗੇ ਨੇ ਲੱਗਦੇ ਨੇ ਜਿਹੜੇ ਚਾਪਲੂਸੀ ਕਰਨ, ਤੇ ਜੇ ਕੋਈ ਆਪਣੇ ਹੱਕ ਦੀ ਗੱਲ ਕਰੇ ਉਹ ਹੈ ਜਿਹੜਾ ਉਹ ਦੁਨੀਆ ਦੇ ਵਿੱਚ ਵੀ ਮਾੜਾ ਲੱਗਦਾ ਹੈ। ਇੱਦਾਂ ਦੀ ਜੋ ਗੁਰਮੁਖ ਜਨ ਨੇ, ਨਾ ਤੇ ਉਹਨਾਂ ਨੂੰ ਕਿਸੇ ਦੀ ਚਾਪਲੂਸੀ ਚਾਹੀਦੀ ਹੈ, ਨਾ ਉਹਨਾਂ ਨੂੰ ਕਿਸੇ ਦੇ ਵਿਰੋਧ ਦਾ ਡਰ ਹੁੰਦਾ ਹੈ। ਉਹ ਆਪਣੀ ਜ਼ਿੰਦਗੀ ਆਨੰਦ 'ਚ ਜਿਉਂਦੇ ਨੇ। ਸਤਿਗੁਰੂ ਜੀ ਭਾਈ ਕਿਰਪਾ ਰਹਿਮਤ ਕਰਨ, ਬਚਨ ਗੁਰੂ ਕੇ ਜਾਣ ਕੇ ਹਿਰਦੇ ਰੂਪੀ ਘਰਾਂ 'ਚ ਵਸਾਇਓ, ਭੁੱਲਾਂ ਗਲਤੀਆਂ ਦਸਰੇ ਦੀ ਝੋਲੀ ਵਿੱਚ। ਸੋ ਬੇਨਤੀ ਹੈ ਕਿ ਸ਼ਾਮ ਨੂੰ ਵੀ ਅੱਜ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੋਣ ਕਰਕੇ ਸ਼ਾਮ ਦੇ ਦੀਵਾਨ ਵੀ ਸਜਾਏ ਜਾਣਗੇ। ਸੋ 7 ਵਜੇ ਤੋਂ ਲੈ ਕੇ 9 ਵਜੇ ਤੱਕ ਉਹ ਦੀਵਾਨ ਸਜਾਏ ਜਾਣਗੇ। ਸੰਗਤ ਪਹੁੰਚਣ ਦੀ ਕਿਰਪਾਲਤਾ ਕਰੇ। ਆਪ ਜਿੱਥੇ ਆਉਣਾ ਉੱਥੇ ਨਾਲ ਪ੍ਰੇਰਿਤ ਕਰਕੇ ਇੱਕ ਦੋ ਸਰੀਰਾਂ ਨੂੰ ਹੋਰ ਅਸੀਂ ਲੈ ਕੇ ਆਈਏ, ਤਾਂ ਕਿ ਜਿਤਨੀ ਸੰਗਤ ਰਲ ਮਿਲ ਕੇ ਅਸੀਂ ਸਤਿਗੁਰੂ ਜੀ ਦੀ ਵਡਿਆਈ ਜਿੰਨੀ ਕੁ ਕਰ ਸਕਦੇ ਹਾਂ ਉਨੀ ਕੁ ਕਰ ਲਈਏ। ਵਡਿਆਈ ਤੇ ਬੜੀ ਬੇਅੰਤ ਕੀਤੀ ਨਹੀਂ ਜਾ ਸਕਦੀ। ਮੇਰੇ ਹਿਸਾਬ ਨਾਲ ਮੈਂ ਅੱਜ ਪੂਰਾ ਅੱਧਾ ਘੰਟਾ ਵੱਧ ਲੈ ਗਿਆ। ਮੈਂ ਸੰਗਤ ਤੋਂ ਫਿਰ ਹੱਥ ਜੋੜ ਕੇ ਮਾਫੀ ਮੰਗਦਾ। ਸਤਿਗੁਰੂ ਜੀ ਭਾਈ ਕਿਰਪਾ ਰਹਿਮਤ ਕਰਨ, ਭੁੱਲਾਂ ਗਲਤੀਆਂ ਦਸਦੇ ਦੀ ਝੋਲੀ 'ਚ ਬਚਨ ਗੁਰੂ ਕੇ ਜਾਣ ਕੇ ਹਿਰਦੇ ਰੂਪੇ ਘਰਾਂ 'ਚ ਵਸਾਇਓ। ਆਓ ਪਦੇ ਦੀਆਂ ਅੰਤਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਨਾ ਕਰੀਏ ਜੀ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਵਾਹਿਗੁਰੂ